ਤੇ ਅਸੀਂ ਸ਼ਬਦ ਵਿਚਾਰ ਕਰਦੇ ਹਾਂ, ਰੋਜ਼ ਕਰਦੇ ਹਾਂ, ਸਵੇਰੇ ਸ਼ਾਮ ਵੀ ਕਰਦੇ ਹਾਂ, ਪਰ ਕੀ ਸਾਡੇ ਵਿਕਾਰ ਦੂਰ ਹੋ ਜਾਂਦੇ ਹਨ ਇਸ ਤਰ੍ਹਾਂ ਸ਼ਬਦ ਵਿਚਾਰ ਕਰਨ ਨਾਲ? ਇਹ ਮੈਂ ਪੁੱਛਣਾ ਚਾਹੁੰਦਾ। ਜਿਹੜੀ ਗਿਆਨ ਧਿਆਨ ਜੁਗਤ ਸੱਚ ਜਾਗੇ ਵਾਲੀ ਗੱਲ ਹੈ ਨਾ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਇਹ ਗਿਆਨ ਧਿਆਨ ਜੁਗਤ, ਜਿਹੜੀ ਇਹ ਗਿਆਨ ਧਿਆਨ ਦੀ ਜੁਗਤ ਹੈ, ਉਹਦੇ ਨਾਲ ਫਿਰ ਸੱਚ ਜਾਗ ਜਾਂਦਾ ਅੰਦਰ। ਮੈਂ ਇਸ ਤਰ੍ਹਾਂ ਕਰ ਰਿਹਾ ਸੀ। ਠੀਕ ਹੈ, ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ। ਹਾਂਜੀ, ਠੀਕ ਹੈ। ਜਿਵੇਂ ਅਖੰਡ ਪਾਠ ਰਖਵਾ ਦਿੰਦੇ ਨੇ ਲੋਕੀ, ਰੁਮਾਲਾ ਚੜਾ ਦਿੰਦੇ ਨੇ, ਇਹਨਾਂ ਰਸਮਾਂ ਤੱਕ ਹੀ ਸੀਮਿਤ ਹਨ। ਤਾਂ ਉਸ ਬਾਰੇ ਗੁਰੂ ਸਾਹਿਬ ਫਰਮਾ ਰਹੇ ਨੇ, ਮੁਗਤ ਭੇਦ ਕਿਆ ਜਾਣੇ ਕਾਚਾ। ਕਹਿੰਦੇ ਨੇ ਤੂੰ ਨਿਰਭਉ ਹੋ ਹੀ ਨਹੀਂ ਸਕਦਾ ਜਦ ਤੱਕ ਸ਼ਬਦ ਵਿਚਾਰ ਨਹੀਂ ਕਰੇਗਾ। ਹੁਣ ਅਸੀਂ ਰੋਜ਼ ਸਵੇਰੇ ਸ਼ਾਮੀ ਦੁਪਹਿਰੇ ਹਰ ਵੇਲੇ ਅਸੀਂ ਸ਼ਬਦ ਵਿਚਾਰ ਕਰ ਰਹੇ ਹਾਂ। ਇਹਦਾ ਮਤਲਬ ਹੈ ਸ਼ਬਦ ਵਿਚਾਰ ਨਹੀਂ ਹੈ, ਇਹ ਤਾਂ ਅਸੀਂ ਅਰਥ ਕੀਤੇ ਨੇ, ਅਸੀਂ ਆਪਣੇ ਦਿਮਾਗ ਦੁਆਰਾ ਇਹਨੂੰ ਸਮਝਿਆ ਜਾਣਿਆ, ਪਰ ਉਸ ਤੇ ਅਮਲ ਨਹੀਂ ਕੀਤਾ। ਕਾਨੂੰਨ ਤਾਂ ਬਣ ਗਿਆ, ਕਾਨੂੰਨ ਤਾਂ ਸਮਝ ਲਿਆ, ਪਰ ਲਾਗੂ ਨਹੀਂ ਕੀਤਾ ਉਸ ਕਾਨੂੰਨ ਨੂੰ ਆਪਣੇ ਹਿਰਦੇ ਤੇ, ਆਪਣੇ ਸਰੀਰ ਤੇ। ਤੇ ਜੇ ਕਿਸੇ ਨੂੰ ਕੁਝ ਡਿਸਲਾਈਕਿੰਗ ਆ ਰਹੀ ਹੈ, ਕਿਸੇ ਨੂੰ ਕੁਝ ਨਹੀਂ ਪਸੰਦ ਆ ਰਿਹਾ, ਉਹ ਜੀ ਸਦਕੇ ਇੱਥੇ ਜ਼ਰੂਰ ਆਪਣੀ ਡਿਸਲਾਈਕਿੰਗ ਦੱਸੋ ਸਾਨੂੰ, ਆਪਣੇ ਤੱਕ ਨਾ ਰੱਖੋ। ਕਿਉਂਕਿ ਜੇ ਤੁਸੀਂ ਸਾਡੀ ਡਿਸਲਾਈਕਿੰਗ ਆਪਣੇ ਤੱਕ ਰੱਖ ਲਈ ਤੇ ਉਹ ਤੁਹਾਡੇ ਕੋਲ ਰਹਿ ਗਈ, ਸਾਡੇ ਕੋਲ ਤਾਂ ਪਹੁੰਚੀ ਨਹੀਂ। ਜ਼ੂਮ ਤੇ ਜਿੰਨੇ ਵੀਰ ਭੈਣ ਜੁੜੇ ਨੇ ਸਾਡੇ ਨਾਲ, ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੇ ਵੀਰ ਭੈਣ ਸਾਡੇ ਨਾਲ YouTube ਤੇ ਜੁੜਨਗੇ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਤੇ ਖਾਸ ਕਰ ਕੁਝ ਸਾਡੇ ਨਾਲ ਅੱਜ ਨਵੇਂ ਮੈਂਬਰ ਜੁੜੇ ਨੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ। ਤੁਸੀਂ ਇੱਥੇ ਸਾਡੇ ਨਾਲ ਰੈਗੂਲਰ ਜੁੜੋ। ਇਹ ਮੁਹਿੰਮ ਆਪਣਾ ਅਮਰ ਆਨੰਦ, ਆਪਣਾ ਮਤਲਬ ਮੇਰਾ ਪਰਸਨਲ ਅਮਰ ਜਿਹੜਾ ਸਦੀਵੀ ਰਵੇ ਆਨੰਦ, ਜਿਹਦੇ ਪਿੱਛੇ ਅਸੀਂ ਸਾਰੇ ਯਤਨਸ਼ੀਲ ਹੁੰਦੇ ਹਾਂ ਵੀ ਮੈਨੂੰ ਆਨੰਦ ਚਾਹੀਦਾ, ਮੈਨੂੰ ਪੀਸ ਚਾਹੀਦਾ, ਮੈਨੂੰ ਉਹ ਆਰਾਮ ਚਾਹੀਦਾ ਜਿਹੜੇ ਮਨ ਦੇ ਵਿੱਚ। ਉਸ ਚੀਜ਼ ਨੂੰ ਅਸੀਂ ਇੱਥੇ ਕੀਤਾ, ਆਪਣਾ ਅਮਰ ਆਨੰਦ। ਸੋ ਇਹਦਾ ਟੈਗਲਾਈਨ ਹੈ ਕਿ ਜੀ ਖੁਦ ਪੜੋ, ਖੁਦ ਵਿਚਾਰੋ, ਖੁਦ ਅਮਲ ਦੀ ਕੋਸ਼ਿਸ਼ ਕਰੋ। ਸੋ ਇੱਥੇ ਥੋੜੀ ਜੀ ਡਿਸਕ੍ਰਿਪਸ਼ਨ ਦੇ ਦੇਣਾ। ਇਹ ਮੁਹਿੰਮ ਸ਼ੁਰੂ ਕੀਤੀ ਹੈ ਜੀ, ਐਸੀ ਗੁਰਬਾਣੀ ਜਿਹੜੀ ਘੱਟ ਪ੍ਰਚਲਿਤ ਹੈ, ਘੱਟ ਪ੍ਰਚਾਰੀ ਆਈ ਹੈ, ਅੱਗੇ ਸਾਡੇ ਤੱਕ ਨਹੀਂ ਪਹੁੰਚੀ। ਤੇ ਪਹਿਲੀ ਕਹਿ ਦੇਣਾ, ਜਿਨ੍ਹਾਂ ਤੱਕ ਪਹੁੰਚੀ ਹੈ ਜੀ, ਜਿਹੜੇ ਪੜ੍ਹਦੇ ਨੇ, ਜਿਹੜੇ ਸਮਝਦੇ ਨੇ, ਜਿਨ੍ਹਾਂ ਨੂੰ ਯਾਦ ਹੈ, ਕੰਠਸਥ ਹੈ, ਉਹਨਾਂ ਨੂੰ ਬਹੁਤ ਮੁਬਾਰਕ ਹੈ ਜੀ। ਸਾਡੇ ਤੱਕ ਨਹੀਂ ਪਹੁੰਚੀ ਸੀ ਤਾਂ ਐਵੇਂ ਲੱਗਦਾ ਵੀ ਹੋਰ ਪਬਲਿਕ ਤੱਕ ਵੀ ਸਾਡੇ ਥਰੂ, ਇੱਕ ਮੁਹਿੰਮ ਦੇ ਥਰੂ ਪਹੁੰਚ ਜਾਏ। ਤੇ ਕਿਉਂਕਿ ਸਾਡੀ ਗੁਰਬਾਣੀ ਜਿਹੜੀ ਹੈ, ਉਹ ਗ੍ਰੰਥ ਜਿਹੜਾ ਸਾਡਾ ਗੁਰੂ ਹੈ, ਉਹ ਪਹਿਲੇ ਅੰਕ ਤੋਂ ਲੈ ਕੇ ਅਖੀਰਲੇ ਅੰਕ ਤੱਕ ਸਾਡੀ ਜਿਹੜੀ ਬਾਣੀ ਹੈ, ਉਹ ਸਾਡੀ ਗੁਰੂ ਹੈ। ਤੇ ਅਸੀਂ ਸਿਲੈਕਟਿਵ ਨਹੀਂ ਹੋ ਸਕਦੇ ਵੀ ਅਸੀਂ ਇੱਕ ਤਰ੍ਹਾਂ ਦੀ ਬਾਣੀ ਸੁਣੀਏ ਤੇ ਦੂਜੀ ਬਾਣੀ ਸਾਡੇ ਕੋਲ ਰਹਿ ਜਾਏ, ਕਿਉਂਕਿ ਉਹਦੇ ਵਿੱਚ ਹੀ ਜਦੋਂ ਅਸੀਂ ਦੇਖਦੇ ਹਾਂ ਟੋਟਲ ਕੋਰਸ ਜਿਹੜਾ ਹੈਗਾ ਸਾਡੀ ਜ਼ਿੰਦਗੀ ਦਾ, ਪੂਰੇ ਸਾਡੀ ਜਿਹੜਾ ਪੀਸ, ਜਿਹੜਾ ਮੈਂਟਲ ਪੀਸ, ਜਿਹਨੂੰ ਆਰਾਮ ਆਨੰਦ ਜਿਹਨੂੰ ਅਸੀਂ ਕਹਿ ਰਹੇ ਹਾਂ, ਉਹ ਹਰ ਕੋਈ ਚਾਹ ਰਿਹਾ ਮਿਲੇ। ਤੇ ਉਹ ਮਿਲੇ ਕਿਵੇਂ? ਜਦ ਤੱਕ ਤੁਹਾਡਾ ਪ੍ਰੋਪਰ ਕੋਰਸ ਨਹੀਂ ਹੋਏਗਾ, ਤੁਹਾਡਾ ਪ੍ਰੋਪਰ ਸਿਸਟਮ ਦੇ ਵਿੱਚ ਤੁਹਾਡੀ ਸੈਟਿੰਗ ਨਹੀਂ ਹੋਏਗੀ। ਹਰ ਪੱਖੋਂ ਗੁਰਬਾਣੀ ਨੇ ਜਿਹੜੇ ਸਾਨੂੰ ਸੰਦੇਸ਼ ਦਿੱਤੇ ਨੇ, ਉਹ ਸਾਡੇ ਤੱਕ ਪਹੁੰਚਣਗੇ ਨਹੀਂ, ਤਾਂ ਤੱਕ ਅਸੀਂ ਕਿਵੇਂ ਅੱਗੇ ਸਾਡੇ ਜੀਵਨ ਦੇ ਵਿੱਚ ਜਿਹੜਾ ਅਸੀਂ ਇੱਕ ਇੱਕ ਪੌੜੀ ਅੱਗੇ ਚੱਲ ਸਕਦੇ ਹਾਂ, ਸੁਧਾਰ ਜਿਹਨੂੰ ਕਹਿ ਸਕਦੇ ਹਾਂ, ਆ ਸਕਦਾ ਹੈ। ਸੋ ਤਾਂ ਹੀ ਪੋਸੀਬਲ ਹੈ ਜਦੋਂ ਅਸੀਂ ਗੁਰਬਾਣੀ ਦਾ ਹਰ ਐਂਗਲ, ਹਰ ਪੱਖ ਜਿਹੜਾ ਹੈ ਗੁਰਬਾਣੀ ਤੋਂ ਅਸੀਂ ਸੇਧ ਲੈ ਕੇ ਆਪਣੇ ਜੀਵਨ ਦੀ ਯਾਪਨ ਕਰੀਏ। ਸੋ ਸਾਡੇ ਪ੍ਰੋਗਰਾਮ ਦੀ ਇੱਕ ਪੂਰੀ ਡਿਟੇਲਡ ਵੀਡੀਓ ਇੱਕ ਬਣਾਈ ਹੋਈ ਹੈ, ਜਿਹਦੇ ਵਿੱਚ ਅਸੀਂ ਜਿਹੜੀ ਚੀਜ਼ ਮੈਂ ਹੁਣ ਦੱਸ ਰਿਹਾ ਜੀ, ਉਹਨੂੰ ਖੁੱਲ ਕੇ ਅਸੀਂ ਦੱਸਿਆ ਹੋਇਆ, ਜਿਹਦੇ ਵਿੱਚ ਅਸੀਂ ਪੰਜਾਬੀ, ਜਿਹਦੇ ਵਿੱਚ ਅਸੀਂ ਇੱਕ ਸਾਡਾ ਬਿਜ਼ਨਸ ਮਾਡਲ ਡਿਵੈਲਪ ਕੀਤਾ ਹੋਇਆ ਹੈ। ਬਿਜ਼ਨਸ ਮਾਡਲ ਦੇ ਵਿੱਚ ਅਸੀਂ ਆਪਣੇ ਸਿੱਖ ਭਰਾਵਾਂ ਨੂੰ ਅੱਗੇ, ਜਿਵੇਂ ਇਕੋਨਮੀ ਦੀ ਨਿਗਾਰ ਆ ਰਹੀ ਹੈ, ਸਾਰੇ ਪਾਸੇ ਖਬਰਾਂ ਆ ਰਹੀਆਂ ਨੇ, ਤੇ ਉਹਦੇ ਵਿੱਚ ਅਸੀਂ ਜਿਹੜੇ ਸਿੱਖ ਭਰਾਵਾਂ ਨੂੰ ਅਸੀਂ ਬਿਜ਼ਨਸ ਮਾਡਲ ਦੇ ਸਕੀਏ। ਇੱਕ ਇਸ ਤਰ੍ਹਾਂ ਦਾ ਮਾਡਲ ਵੀ ਤਿਆਰ ਕੀਤਾ, ਜਿਵੇਂ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਦੇਣਾ ਵੀ ਕੋਵਿਡ ਤੋਂ ਬਾਅਦ ਅਸੀਂ ਦੇਖਣ ਦੇ ਵਿੱਚ ਆਇਆ ਵੀ ਬਹੁਤ ਲੋਕਾਂ ਨੂੰ ਅਸੀਂ ਸਾਰੇ ਸਿੱਖਾਂ ਨੇ ਪੂਰੇ ਵਰਲਡ ਦੇ ਵਿੱਚ ਨਾਮ ਵੀ ਕੀਤਾ ਹੈ ਵੀ ਇਹ ਇੱਕ ਦੂਜੇ ਦੇ ਨਾਲ ਖੜੇ ਹੋਏ ਨੇ। ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਹੈ, ਦਵਾਈ ਦੀ, ਪੜ੍ਹਾਈ ਦੀ, ਹੋਰ ਉਹਦੇ ਘਰ ਦੇ ਵਿੱਚ ਹੈਲਪ ਦੀ, ਤੇ ਸਾਰੇ ਸਿੱਖਾਂ ਨੇ ਆਪਣੇ ਦਸਵੰਧ ਦੇ ਵਿੱਚੋਂ ਉਹਨਾਂ ਨੂੰ ਖੜਾ ਕੀਤਾ। ਸੋ ਮੇਰੀ ਇੱਕ ਥਾਟ ਸੀ ਕਿ ਵੀ ਐਸਾ ਅਸੀਂ ਹੁਣ ਕੁਝ ਕਰੀਏ, ਐਸਾ ਇੱਕ ਸਿਸਟਮ ਤਿਆਰ ਕਰੀਏ ਜਿਹਦੇ ਵਿੱਚ ਉਹ ਆਪਣੀ ਦਵਾਈ, ਪੜ੍ਹਾਈ ਦਾ ਧਿਆਨ ਉਹ ਆਪ ਖੁਦ ਰੱਖ ਸਕਣ। ਅਸੀਂ ਉਹਨਾਂ ਨੂੰ ਲਾਭਾਰਥੀ ਸੈਕਸ਼ਨ ਤੋਂ ਕੱਢ ਕੇ ਉਹਨਾਂ ਨੂੰ ਆਪਣਾ ਸਵੈ ਰੋਜ਼ਗਾਰ ਦਾ ਉਹਨਾਂ ਦਾ ਇੱਕ ਜੁਗਾੜ ਦਈਏ, ਉਹਨਾਂ ਨੂੰ ਐਸਾ ਸਿਸਟਮ ਉਹਨਾਂ ਦੇ ਪੱਲੇ ਪਾਈਏ ਜਿਹਦੇ ਵਿੱਚ ਉਹ ਆਪਣੇ ਇੰਨੇ ਕੁ ਜੋਗੇ ਹੋ ਜਾਣ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ। ਅਸੀਂ ਸੁਣਦੇ ਹਾਂ, ਸਾਰਿਆਂ ਨੂੰ ਪਤਾ ਹੀ ਹੈ ਵੀ ਸਿੱਖ ਕਦੀ ਮੰਗਦਾ ਨਹੀਂ ਦੇਖਿਆ ਸੀ, ਤੇ ਜੇ ਅਸੀਂ ਮੰਗਦਾ ਨਹੀਂ ਦੇਖਿਆ ਪਰ ਅਸੀਂ ਉਹਨੂੰ ਫੀਡ ਤਾਂ ਕਰ ਰਹੇ ਹਾਂ। ਸੋ ਇਹ ਇੱਕ ਤਰ੍ਹਾਂ ਦੀ ਸੇਮ ਗੱਲ ਹੀ ਹੈ। ਤੋ ਅਸੀਂ ਉਹਨੂੰ
ਸਹਾਇਤਾ ਦੇ ਰਹੇ ਹਾਂ ਅਸੀਂ ਉਹਨੂੰ ਐਸੀ ਸਹਾਇਤਾ ਦਈਏ ਵੀ ਉਹ ਆਪਣੀ ਇਸ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕੁਝ ਉਹਨੂੰ ਸਿਸਟਮ ਨੂੰ ਸੈੱਟ ਕਰੇ। ਸੋ ਇੱਕ ਸਾਡਾ ਮੁਹਿੰਮ ਹੈਗਾ ਜੀ ਕਿ ਇਹਦੇ ਵਿੱਚ ਪੂਰੀ ਜੇ ਕਿਸੇ ਨੇ ਵਿਚਾਰ ਕਰਨੇ ਹੋਏ ਤਾਂ ਆਪਣੇ ਕੋਲ ਪੂਰੀ ਵਿਚਾਰ ਅੱਗੇ ਆ ਕੇ ਕਰ ਸਕਦੇ ਹਾਂ ਇੱਕ। ਸੋ ਹੁਣ ਇੱਥੇ ਇੱਕ ਉਹਦਾ ਛੋਟਾ ਇੱਕ ਪਾਰਟ ਜਿਹੜਾ ਹੈਗਾ ਉਹ ਮੈਂ ਇੱਥੇ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕਰ ਰਿਹਾ ਜੀ। ਬਾਕੀ ਸਾਰਿਆਂ ਨੂੰ ਮੈਂ ਜਿਹੜੀ ਗੱਲ ਮੇਨ ਦੱਸਣੀ ਸੀ ਉਹਦਾ ਜਿਹੜੀ ਡਿਟੇਲਡ ਵੀਡੀਓ ਦਾ ਸਾਡੀ ਹਰ ਜਿਹੜੀ ਅੱਜ ਦੀ ਰਿਕਾਰਡਿੰਗ ਹੋਏਗੀ ਅੱਜ ਦੀ ਉਹਦੀ YouTube ਦੇ ਉੱਤੇ ਅਸੀਂ ਜਦੋਂ ਪੋਸਟ ਕਰਦੇ ਹਾਂ ਤੇ ਹਰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਪਹਿਲੇ ਨੰਬਰ ਤੇ ਹੀ ਉਹਦਾ ਲਿੰਕ ਪਿਆ ਹੋਇਆ ਹੈ। ਕਾਈਂਡਲੀ ਜਿਹੜੇ ਵੀਰ ਭੈਣ ਨਵੇਂ ਜੁੜਦੇ ਨੇ ਉਹ ਇੱਕ ਵਾਰ 10-15 ਮਿੰਟ ਦੀ ਹੈ ਉਹ 15-16 ਮਿੰਟ ਦੀ ਉਹਨੂੰ ਤੁਸੀਂ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਸਾਡੇ ਨਾਲ ਜੁੜ ਕੇ ਇਹ ਪਤਾ ਲੱਗ ਜਾਏ ਵੀ ਅਸੀਂ ਇੱਥੇ ਕੀ ਕਰ ਰਹੇ ਹਾਂ। ਫਿਰ ਤੁਸੀਂ ਆਪਣੀ ਸਲਾਹ ਵੀ ਸਾਨੂੰ ਦੇ ਸਕਦੇ ਹੋ ਆਪਣਾ ਉਹਦੇ ਵਿੱਚ ਜੇ ਤੁਹਾਨੂੰ ਕੋਈ ਡਾਊਟ ਲੱਗਦਾ ਵੀ ਇਹ ਠੀਕ ਨਹੀਂ ਹੈ ਤੁਸੀਂ ਸਾਨੂੰ ਉਹ ਵੀ ਤੁਸੀਂ ਕਰਨ ਦੇ ਆਪਾਂ ਸਹਿਯੋਗੀ ਹੋ ਜਾਵਾਂਗੇ ਇੱਕ ਦੂਜੇ ਦੇ। ਸੋ ਇੱਥੇ ਇੱਕ ਛੋਟੀ ਜਿਹੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਉਸ ਤੋਂ ਬਾਅਦ ਫਿਰ ਸ਼ਬਦ ਵਿਚਾਰ ਤੇ ਕਾਈਂਡਲੀ ਪਹਿਲੇ ਹੀ ਮਨ ਬਣਾ ਲਓ ਜਿਹੜੇ ਵੀਰ ਨੇ ਅੱਜ ਸ਼ਬਦ ਦੀ ਵਿਚਾਰ ਕਰਨੀ ਹੈ ਆਪਣੇ ਵਿਚਾਰ ਰੱਖਣੇ ਨੇ ਤਾਂ ਕਿ ਥੋੜਾ ਜਿਹਾ ਟਾਈਮ ਸੇਵ ਹੋ ਜਾਏ ਤੇ ਲੈਗ ਨਾ ਆਏ। ਇੱਥੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸਾਡੇ ਹਿਊਮਨ ਦੀ 4 ਸਟੇਜਿਸ ਅਸੀਂ ਸਰੀਰਕ ਤਲ ਤੇ ਗਿਣ ਰਹੇ ਹਾਂ। 4 ਸਟੇਜਿਸ ਜਿਹੜੀਆਂ ਅਸੀਂ ਸੋਚਦੇ ਆ ਵੀ ਸਰੀਰਕ ਤਲ ਤੇ ਹੁੰਦੀਆਂ ਨੇ। ਇੱਕ ਹੈ ਬਾਲਪਨ, ਬਚਪਨਾ, ਅਲੜ ਜਿਹਨੂੰ ਅੱਜ ਕੱਲ ਟੀਨੇਜ ਕਹਿੰਦੇ ਆ। ਇਹ ਅਸੀਂ ਇੱਕ ਵਿੱਚ ਅਟਰੈਕਸ਼ਨ ਵਾਸਤੇ ਇਹ ਪੁਆਇੰਟ ਵਿੱਚ ਰੱਖਿਆ ਹੈ ਟੀਨੇਜ ਵਾਸਤੇ ਕਿਉਂਕਿ ਬੜਾ ਟ੍ਰੈਂਡ ਚੱਲ ਰਿਹਾ 15-20 ਸਾਲਾਂ ਤੋਂ ਟੀਨੇਜ ਜੀ ਟੀਨੇਜ ਦੇ ਬੱਚੇ ਹੋ ਗਏ ਸਾਡੇ। ਬਚਪਨ ਤੋਂ ਨਿਕਲ ਕੇ ਜਵਾਨੀ ਤੋਂ ਵਿਚਕਾਰ ਦੀ ਇੱਕ ਏਜ ਸੰਸਾਰ ਨੇ ਇੱਕ ਨਵੀਂ ਘੜੀ ਹੈ ਤੇ ਉਹ ਅਸੀਂ ਇੱਥੇ ਲੈ ਲਈ ਹੈ। ਹਾਂਜੀ ਇਹ ਗੁਰਬਾਣੀ ਤੋਂ ਇਤਰ ਗੱਲ ਕਰ ਰਹੇ ਹਾਂ ਜੀ ਕਾਈਂਡਲੀ ਕਨਫਿਊਜ਼ਨ ਚ ਨਾ ਰਹਿਣਾ। ਤੇ ਇੱਕ ਅਗਲੀ ਜਵਾਨੀ ਤੇ ਫਿਰ ਬੁਢਾਪਾ ਇਹ ਸਾਡੀਆਂ ਫਿਜ਼ੀਕਲ 4 ਸਟੇਜਿਸ ਅਸੀਂ ਦੇਖਦੇ ਹਾਂ ਸਰੀਰਕ ਰੂਪ ਤੇ। ਹੁਣ ਇੱਥੇ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਚਾਰੋਂ ਪਾਸੇ ਵਰਲਡ ਦੇ ਵਿੱਚ ਪੂਰਾ ਸੁਣਨ ਜਾਂਦਾ ਵੀ 4000 ਤੋਂ ਕਰੀਬ ਧਰਮ ਚੱਲ ਰਹੇ ਨੇ। ਧਰਮ ਦਾ ਮਤਲਬ ਐਸੀ ਸਾਈਕੋਲੋਜੀ ਚੱਲ ਰਹੀਆਂ ਨੇ ਜਿਹੜੀਆਂ ਆਪਣੀ ਇੱਕ ਲੈਗੇਸੀ ਬਣਾ ਕੇ ਰੱਖੀਆਂ ਹੋਈਆਂ ਨੇ। ਸੋ ਬਚਪਨ ਤੋਂ ਹੀ ਹਰ ਕਿਸੇ ਨੂੰ ਉਸ ਲੈਗੇਸੀ ਨੂੰ ਫੋਲੋ ਕਰਨ ਵਾਸਤੇ ਪ੍ਰਿਪੇਅਰ ਕਰ ਦਿੱਤਾ ਜਾਂਦਾ ਉਹਨੂੰ ਤਿਆਰ ਕਰ ਦਿੱਤਾ ਜਾਂਦਾ। ਕਿਉਂਕਿ ਬੱਚੇ ਦਾ ਮਨ ਕੋਮਲ ਹੁੰਦਾ ਹੈ, ਕੋਮਲ ਹਿਰਦਾ ਹੁੰਦਾ, ਸਾਫ਼ ਹੁੰਦਾ, ਉਹਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ, ਉਹਨੇ ਆਪ ਸਾਨੂੰ ਫੋਲੋ ਕਰਕੇ ਚੱਲਣਾ ਹੁੰਦਾ। ਸੋ ਸਾਡੇ ਨਾਲ ਬੈਸਟ ਕੀ ਹੋਇਆ ਸਾਡੇ ਨਾਲ ਸਾਡੇ ਮਾਪਿਓ ਨੇ, ਸਾਡੇ ਵੱਡਿਆਂ ਨੇ, ਸਾਡੇ ਡੇਰੇਦਾਰਾਂ ਨੇ, ਸਾਡੇ ਗ੍ਰੰਥੀਆਂ ਨੇ, ਸਾਡੇ ਹੈੱਡ ਗ੍ਰੰਥੀਆਂ ਨੇ, ਸਾਡੇ ਰਾਗੀ ਜੱਥਿਆਂ ਨੇ, ਸਾਡੇ ਕਥਾਵਾਚਕਾਂ ਨੇ, ਸਭ ਨੇ ਸਾਨੂੰ ਇਹੀ ਘੁਮਾ ਕੇ ਦੱਸਿਆ। ਭਾਵੇਂ ਜਿਹੜੇ ਹੋਰ ਵੀ ਗੁਰਬਾਣੀ ਤੋਂ ਉਲਟ ਕੰਮ ਕਰਦੇ ਨੇ ਉਹ ਵੀ ਇਹੀ ਕਹਿੰਦੇ ਨੇ ਵੀ ਗ੍ਰੰਥ ਗੁਰੂ ਹੈ, ਸਾਡਾ ਗ੍ਰੰਥ ਗੁਰੂ ਹੈ। ਸੋ ਇਹ ਫਿਜ਼ੀਕਲ ਸਟੇਜ ਦੇ ਵਿੱਚ ਜਦੋਂ ਸਾਡੇ ਨਾਲ ਬੈਸਟ ਕੀ ਹੋ ਗਿਆ ਅਸੀਂ ਬਚਪਨ ਤੋਂ ਹੀ ਗ੍ਰੰਥ ਨੂੰ ਗੁਰੂ ਮੰਨਣ ਲੱਗੇ। ਸਾਡਾ ਗ੍ਰੰਥ ਗੁਰੂ ਹੈ ਇਹ ਫਿਜ਼ੀਕਲ ਸਟੇਜ ਸੀਗੀ ਜਿੱਥੇ ਸਾਡਾ ਹਾਲੇ ਬੌਧਿਕ ਵਿਕਾਸ ਨਹੀਂ ਹੋਇਆ। ਇਸ ਤੋਂ ਅੱਗੇ ਜਦੋਂ ਅਸੀਂ ਦੇਖਦੇ ਹਾਂ ਅਗਲਾ ਜਿਹੜਾ ਪੜਾਅ ਆਉਂਦਾ ਹੈ ਅਸੀਂ ਉਹ ਗੁਰਬਾਣੀ ਗੁਰੂ ਆ ਜਾਂਦਾ ਹੈ। ਗ੍ਰੰਥ ਦੇ ਵਿੱਚ ਕੀ ਦਰਜ ਹੈ? ਬਾਣੀ, ਗੁਰਬਾਣੀ ਦਰਜ ਹੈ ਤੇ ਸਾਡਾ ਹੁਣ ਗ੍ਰੰਥ ਗੁਰੂ ਹੋ ਜਾਂਦਾ। ਗ੍ਰੰਥ ਗੁਰੂ ਤੋਂ ਬਾਅਦ ਬਾਣੀ ਗੁਰੂ ਹੈ ਸਾਡੀ। ਬਾਣੀ ਗੁਰੂ ਦੇ ਵਿੱਚ ਸ਼ਬਦ ਸਮੋਇਆ ਹੈ। ਸ਼ਬਦ ਦੇ ਰਾਹੀਂ ਸਾਨੂੰ ਫਿਰ ਉਸ ਇੱਕ ਅਕਾਲ ਪੁਰਖ ਦੇ ਬਾਰੇ ਉਸ ਦੀ ਖੇਡ ਬਾਰੇ ਸਾਨੂੰ ਗੁਰੂ ਸਾਹਿਬ ਸਾਨੂੰ ਦਰਸ਼ਨ ਕਰਾ ਰਹੇ ਨੇ। ਇਹ 3rd ਮੈਂਟਲ ਸਟੇਜ ਤੋਂ ਬਾਅਦ ਫਿਰ ਸਾਡੀ 4th ਮੈਂਟਲ ਸਟੇਜ ਜਿਹੜੀ ਬਿਲਕੁਲ ਲਾਸਟ ਸਟੇਜ ਬਣੀ ਜਾਂਦੀ ਹੈ। ਉਸ ਬਾਣੀ ਚੋਂ ਗੁਰਬਾਣੀ ਚੋਂ ਸਾਨੂੰ ਫਿਰ ਗਿਆਨ ਮਿਲਦਾ ਹੈ, ਸਾਨੂੰ ਨੌਲੇਜ ਮਿਲਦੀ ਹੈ, ਸਾਡੀ ਵਿਜ਼ਡਮ ਰਾਈਜ਼ ਹੁੰਦੀ ਹੈ। ਅਸੀਂ ਬੌਧਿਕਤਾ ਦੇ ਵਿੱਚ ਅੱਗੇ ਖੁੱਲ ਕੇ ਸਾਹਮਣੇ ਆ ਜਾਂਦੇ ਜਿੱਥੇ ਗੁਰਬਾਣੀ ਸਾਨੂੰ ਇੱਕ ਸੱਚ ਦੇ ਨਾਲ ਜੋੜਦੀ ਹੈ, ਸਾਨੂੰ ਉਹਦਾ ਵਿਸਥਾਰ ਦੱਸਦੀ ਹੈ। ਸੋ ਇੱਥੇ ਹੁਣ ਅਸੀਂ ਦਿਖਾਉਣ ਦੀ ਜਿਹੜੀ ਗੱਲ ਕੋਸ਼ਿਸ਼ ਕੀਤੀ ਉਹ ਹੈ 4 ਸਟੇਜਿਸ। ਪਹਿਲੇ ਅਸੀਂ ਛੋਟੇ ਹਾਂ, ਬੱਚੇ ਹਾਂ ਤੇ ਸਾਡਾ ਗ੍ਰੰਥ ਗੁਰੂ ਹੈ। ਗ੍ਰੰਥ ਤੋਂ ਬਾਅਦ ਸਾਡੇ ਉਹਦੇ ਵਿੱਚ ਬਾਣੀ ਗੁਰੂ ਹੈ। ਬਾਣੀ ਤੋਂ ਬਾਅਦ ਫਿਰ ਸਾਡੇ ਕੋਲ ਸ਼ਬਦ ਗੁਰੂ ਹੈ। ਸ਼ਬਦ ਤੋਂ ਬਾਅਦ ਫਿਰ ਜਿਹੜਾ ਸਾਨੂੰ ਉੱਥੇ ਚੋਂ ਤੱਤ ਸਾਰ ਮਿਲਿਆ, ਜਿਹੜਾ ਸਾਨੂੰ ਗਿਆਨ ਮਿਲਿਆ ਉਹ ਸਾਡਾ ਗੁਰੂ ਹੈ। ਸੋ ਇਹ ਹੁਣ ਅਸੀਂ ਆਪਣੀ ਸਟੇਜ ਦੇ ਉੱਤੇ ਰਹਿ ਕੇ ਅਸੀਂ ਆਪ ਦੇਖਣਾ ਵੀ ਅਸੀਂ ਕਿਹੜੀ ਸਟੇਜ ਤੇ ਖੜੇ ਆ, ਅਸੀਂ ਕਿਹੜੇ ਪੜਾਅ ਤੇ ਪਹੁੰਚੇ ਹਾਂ। ਹਾਲੇ ਕਿ ਮੈਂ ਪਹਿਲੀ ਸਟੇਜ ਤੇ ਹੀ ਹਾਂ, ਮੈਂ ਗ੍ਰੰਥ ਗੁਰੂ ਨਾਲ ਹੀ ਜੁੜਿਆ ਕਿ ਅੱਗੇ ਗੁਰੂ ਜਿਵੇਂ ਇਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਬੜੀ ਲਾਈਨ ਮਸ਼ਹੂਰ ਹੋਈ ਹੈ ਵੀ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਕੀ ਅਸੀਂ ਗੁਰੂ ਦੀ ਮੰਨਦੇ ਹਾਂ? ਉਹ ਗੁਰੂ ਦੀ ਮੰਨਣ ਵਾਸਤੇ ਤੁਹਾਨੂੰ ਬਾਣੀ ਗੁਰੂ, ਸ਼ਬਦ ਗੁਰੂ ਤੇ ਗਿਆਨ ਗੁਰੂ ਨਾਲ ਜੁੜਨਾ ਪਏਗਾ। ਫਿਰ ਤੁਸੀਂ ਕਹਿ ਸਕਾਂਗੇ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਦੀ ਮੰਨਦੇ ਹਾਂ। ਜਦੋਂ ਗੁਰੂ ਦੀ ਮੰਨਣ ਦਾ ਮਤਲਬ ਆਉਂਦਾ ਹੈ ਤੇ ਇਹਦਾ ਮਤਲਬ ਸਾਫ਼ ਸੁਥਰਾ ਹੈ, ਤੁਹਾਡਾ ਆਪਣਾ ਅਮਰ ਆਨੰਦ ਜਿਹੜਾ ਤੁਸੀਂ ਮੈਂਟਲ ਪੀਸ ਚਾਹੁੰਦੇ ਹੋ ਉਹ ਤੁਹਾਨੂੰ ਮਿਲੇਗਾ ਹੀ ਮਿਲੇਗਾ ਗੁਰੂ ਸਾਹਿਬ ਦੇ ਕੋਲੋਂ। ਸੋ ਇੱਥੇ ਤੱਕ ਸਾਡਾ ਫਾਈਨਲ ਸੀਗਾ ਜੀ। ਇੱਥੇ ਮੈਂ ਜੀ ਇੱਥੇ ਕਿਸੇ ਵੀਰ ਭੈਣ ਨੇ ਜਿਹੜੇ ਕੋਈ ਨਵੇਂ ਜੁੜੇ ਨੇ ਉਹਨਾਂ ਨੇ ਆਪਣਾ ਪੁਆਇੰਟ ਰੱਖਣਾ ਰੱਖ ਸਕਦੇ ਨੇ।
ਜੀ ਕੈਂਡੀ ਸ਼ਬਦ ਵਿਚਾਰ ਵਾਸਤੇ ਕੋਈ ਵੀਰ ਭੈਣ ਪਹਿਲਾਂ ਪ੍ਰਪੇਅਰ ਰਹਿਣ। ਮੈਂ ਸ਼ਬਦ ਲਗਾ ਰਿਹਾ ਜੀ ਸਾਹਮਣੇ ਸਕਰੀਨ ਤੇ ਮੈਂ ਗੁਰਚਰਨ ਤਾਇਆ ਜੀ ਨੂੰ ਰਿਕੁਐਸਟ ਕਰਾਂਗਾ, ਮੈਂ ਉਹਨਾਂ ਨੂੰ ਅਨਮਿਊਟ ਦਾ ਸਿਗਨਲ ਦਿੱਤਾ, ਕਾਈਂਡਲੀ ਦੇਖਣਾ, ਮੈਂ ਜੇ ਕੋਈ ਪੜਾਂਗਾ ਤੇ ਕੋਈ ਮਿਸਟੇਕ ਹੋਏ ਤੇ ਕਾਈਂਡਲੀ ਮੈਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ, ਮਾਫ ਕਰਨਾ, ਮੈਂ ਸੁਧਾਰਨ ਦੀ ਕੋਸ਼ਿਸ਼ ਕਰਾਂਗਾ ਜੀ। ਅੱਜ ਦਾ ਜਿਹੜਾ ਸ਼ਬਦ ਹੈਗਾ ਜੀ ਅੰਕ 223 ਤੇ ਦਰਜ ਹੈ, ਗੌੜੀ ਮਹਿਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ। ਰਹਾਓ, जिसके अंतर साच बसावै, जोग जुगत की कीमत पावै। रव सस एको ग्रह उद्याने, करनी कीरत कर्म समाने। एक शब्द भिख्या मांगै, एक शब्द भिख्या मांगै। हाँ जी, एक शब्द एक भिख्या मांगै, ज्ञान ध्यान जुगत सच जागै। भै रच रहे ना बाहर जाए, कीमत कौन रहे लिव लाए। आपे मेले भरम चुकाए, गुर प्रसाद परम पद पाए। गुर की सेवा शब्द विचार, हौमै मारे करनी सार। जप तप संजम पाठ पुराण, कह नानक अपरंपर मान। ਜੀ ਧੰਨਵਾਦ ਤਾਇਆ ਜੀ, ਤੁਸੀਂ ਉਹ ਜੀ ਇੱਕ ਮਿਸਟੇਕ ਰਹਿ ਰਹੀ ਸੀਗੀ, ਐਕਚੁਅਲੀ ਉਹ ਸੈਟਿੰਗ ਰੀਡਿੰਗ ਦੇ ਉੱਪਰ ਆ ਜਾਂਦੀ ਹੈ। ਥੈਂਕ ਯੂ ਫਿਰ ਵੀ ਤੁਹਾਡਾ ਸੁਧਾਰ ਲਈ ਜੀ। ਕੋਈ ਵੀ ਤਾਇਆ ਜੀ ਤੁਸੀਂ ਕਰੋਗੇ ਜੇ ਤੁਸੀਂ ਫ੍ਰੀ ਹੋ ਤਾਂ, ਠੀਕ ਸਮਝੋ। नहीं मैं करवा लो, हो गया तो ਅੱਛਾ ਜੀ, ठीक है। ਤੇ ਦੇਖੋ ਜੀ ਕੌਣ ਕਰ ਸਕਦੇ ਆ ਅੱਜ ਦਾ ਸ਼ਬਦ। ਜੀ ਮਨਪ੍ਰੀਤ ਜੀ, ਥੈਂਕ ਯੂ, ਐਪਰੀਸ਼ੀਏਟ ਯੋਰ ਐਫਰਟਸ, ਤੁਸੀਂ ਕਰੋ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਹਾਂਜੀ ਮੈਂ ਦੇਖੋ ਕੋਸ਼ਿਸ਼ ਕਰਾਂਗੀ, ਕਿਉਂਕਿ ਕੋਈ ਇਨੀਸ਼ੀਏਟਿਵ ਨਹੀਂ ਲੈ ਰਿਹਾ ਤੇ ਮੈਨੂੰ ਲੱਗਾ ਚਲੋ ਮੈਂ ਕੋਸ਼ਿਸ਼ ਕਰਕੇ ਦੇਖਦੀ ਹਾਂਜੀ ਹਾਂ। ਹਾਂਜੀ ਬਿਲਕੁਲ, ਬਹੁਤ ਗਲਤੀ ਵਧੀਆ, ਹੋਏ ਤੇ ਫਿਰ ਇਸ ਨੂੰ ਪਹਿਲੇ ਹੀ ਕਹਿਣਾ ਚਾਹੁੰਦੀ ਹਾਂ। ਬਹੁਤ ਅੱਛਾ ਜੀ, ਕਰਨੀ ਚਾਹੀਦੀ ਕੋਸ਼ਿਸ਼ ਹੀ ਵਾਸਤੇ ਆਪਾਂ ਆਏ ਆ ਲੱਗੇ ਇੱਥੇ ਜੀ। ਹਾਲੇ ਸਾਰੇ ਪ੍ਰਿਪੇਅਰ, ਮੈਂਟਲੀ ਪ੍ਰਿਪੇਅਰ ਹੋ ਰਹੇ ਨੇ ਸਾਰੇ ਜੀ। ਐਕਚੁਅਲੀ ਬਾਅਦ ਚੋਂ ਫਿਰ ਜਦੋਂ ਸਵਾਲ ਆਉਂਦੇ ਆ ਨਾ, ਉਸ ਵੇਲੇ ਕਈ ਵਾਰ ਆਪਣੇ ਕੋਲ ਤੇ ਜਵਾਬ ਹੀ ਨਹੀਂ ਹੁੰਦਾ ਉਹਨਾਂ ਦਾ, ਇਸ ਕਰਕੇ ਵੀ ਲੱਗਦਾ ਹੈ ਕਿ ਕਿਸ ਤਰ੍ਹਾਂ ਕਰੀਏ। ਹਾਂ ਚਲੋ ਠੀਕ ਹੈ ਜੀ, ਇਹ ਹਿਊਮਨ ਸਾਈਕੋਲੋਜੀ ਹੈਗੀ ਹੈ, ਇਸ ਤਰ੍ਹਾਂ ਹੀ ਚੱਲਦੀ ਹੈ। ਠੀਕ ਹੈ ਜੀ। ਗੌੜੀ ਮਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ। ਜਦੋਂ ਮਨੁੱਖ ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ ਕਰਦਾ ਹੈ ਤੇ ਉਹ ਸੱਚਾ ਜੋਗੀ ਮਤਲਬ ਉਹਨੂੰ ਮੰਨਿਆ ਜਾਂਦਾ ਹੈ। ਪਰ ਜਿਸ ਦਾ ਮਨ ਵਿਕਾਰਾਂ ਇੱਥੇ ਟੈਂਸ ਚੇਂਜ ਕਰ, ਮੰਨਿਆ ਜਾਵੇਗਾ ਜੀ, ਜਿਹੜਾ ਪਰ ਇਹ ਜਿਹਦਾ ਕੰਮ ਕਰੇ ਮਨ ਜੀ, ਪਰ ਜਿਹਦਾ ਮਨ ਵਿਕਾਰਾਂ ਦੇ ਉੱਤੇ ਕਮਜ਼ੋਰ ਹੋ ਜਾਂਦਾ ਹੈ ਆ ਕੇ, ਉਹ ਵਿਕਾਰਾਂ ਤੋਂ ਹੀ ਆਪਣੇ ਆਪ ਨੂੰ ਛੁਡਾ ਨਹੀਂ ਪਾਉਂਦਾ ਹੈ ਤੇ ਉਹ ਇਸ ਭੇਤ ਨੂੰ ਕੀ ਹਾਸਲ ਕਰ ਸਕਦਾ ਹੈ। ਇਹੀ ਮੀਨਿੰਗ ਆ ਰਿਹਾ ਇਹਦਾ, ਪਹਿਲੀ ਦੋ ਲਾਈਨਾਂ ਦਾ। ਅਗਲੀ ਪੰਕਤੀ ਹੈ, ਐਸਾ ਜੋਗੀ ਜੁਗਤ ਵਿਚਾਰੇ, ਪੰਚ ਮਾਰ ਸਾਚ ਉਰ ਧਾਰੇ। ਰਹਾਓ, ਇਹੋ ਜਿਹਾ ਬੰਦਾ ਜਿਹੜਾ ਜੋਗੀ ਅਖਵਾਉਂਦਾ ਹੈ, ਜੋ ਜੀਵਨ ਵਿੱਚ ਆਪਣੇ ਆਪ ਨੂੰ ਸਹੀ ਸਮਝਦਾ ਹੈ, ਸਹੀ ਜੁਗਤ ਸਮਝਦਾ ਹੈ ਆਪਣੇ ਜੀਵਨ ਦੀ। ਜੀਵਨ ਜੁਗਤ ਇਹ ਹੈ ਕਿ ਪੰਜਾਂ ਵਿਕਾਰਾਂ ਨੂੰ ਮਾਰ ਕੇ ਸਦਾ ਆਪਣੇ ਆਪ ਨੂੰ ਕਾਇਮ ਰੱਖਣਾ, ਉਸ ਪਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਣਾ, ਇਹ ਹੈ ਜੀਵਨ ਜੁਗਤ ਅਸਲ ਵਿੱਚ। ਜਿਸਕੇ ਅੰਤਰ ਸਾਚ ਵਸਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਜਿਸ ਮਨੁੱਖ ਦੇ ਅੰਤਰ ਵਿੱਚ
ਉਸ ਰੱਬ ਦਾ ਆਪਣਾ ਸੱਚ ਜਿਹੜਾ ਹੈ ਹਿਰਦੇ ਵਿੱਚ ਬੈਠ ਜਾਂਦਾ ਹੈ, ਨਾਮ ਵਸ ਜਾਂਦਾ ਹੈ, ਉਹ ਮਨੁੱਖ ਉਸ ਰੱਬ ਨਾਲ ਮਿਲਣ ਦੀ ਜੁਗਤ ਦੀ ਕਦਰ ਸਮਝ ਸਕਦਾ ਹੈ, ਉਹੀ ਸਮਝ ਸਕਦਾ ਹੈ। ਰਵਿ ਸਸ ਏਕੋ ਗ੍ਰਹਿ ਉਦਿਆਨੇ ਕਰਨੀ ਕੀਰਤ ਕਰਮ ਸਮਾਨੇ। ਕਿਸੇ ਵੱਲੋਂ ਖੋਰਾ ਸਲੂਕ ਵੀ ਹੋਵੇ, ਕਿਸੇ ਵੱਲੋਂ ਨਿੱਘਾ ਸਲੂਕ ਵੀ ਹੋਵੇ, ਘਰ ਜੰਗਲ ਵਰਗਾ ਵੀ ਹੋਵੇ, ਭਾਵ ਕਿ ਇਹਨਾਂ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਮੋਹੀ ਰਵੇ ਜਿਹੜਾ, ਉਸ ਨੂੰ ਇੱਕ ਸਮਾਨ ਦੱਸਿਆ ਜਾਂਦਾ ਹੈ। ਰੱਬ ਦੀ ਸਿਫਤ ਸਲਾਹ ਰੂਪ ਕਰਨੀ ਉਸ ਦਾ ਇੱਕ ਆਪਣਾ ਕਰਮ ਹੈ। ਤੇ ਭਾਵ ਸੁੱਤੇ ਉੱਠਦੇ ਹਰ ਵੇਲੇ ਉਸ ਰੱਬ ਨਾਲ ਉਹ ਜੁੜਿਆ ਰਹਿੰਦਾ ਹੈ। ਨਹੀਂ, ਇੱਥੇ ਰਵ ਸਸ ਏਕੋ ਗ੍ਰਹਿ ਉਦਿਆਨੇ, ਇਹਨੂੰ ਕਲੀਅਰ ਕਰਨਾ ਪਏਗਾ ਕਿਉਂਕਿ ਇਹ ਆ ਗਿਆ ਨਾ ਜੀ। ਉਦਿਆਨੇ ਦਾ ਮੈਂ ਵੀ ਕਿਸੇ ਦਾ ਦੇਖਦਾ। ਦੇਖੋ, ਰਵ ਸਸ ਏਕੋ ਗ੍ਰਹਿ ਉਦਿਆਨੇ ਮਾਨੇ ਕਿਸੇ ਦਾ ਸੁਭਾਅ ਸਾਨੂੰ ਦੁਨੀਆ ਵਿੱਚ ਠੰਡਾ ਮਿਲਦਾ ਹੈ, ਕਿਸੇ ਦਾ ਗਰਮ ਵੀ ਮਿਲਦਾ ਹੈ, ਨਿੱਘਾ, ਪਰ ਅਸੀਂ ਇੱਕੋ ਜਿਹਾ ਰਹਿਣਾ ਹੈ ਉਸ ਦੇ ਵਿੱਚ ਵੀ। ਮਤਲਬ ਹਰ ਸਿਚੁਏਸ਼ਨ 'ਚ ਅਸੀਂ ਰੱਬ ਨਾਲ ਜੁੜੇ ਰਹਿਣਾ ਹੈ, ਚਾਹੇ ਸਾਡੇ ਉੱਤੇ ਕੋਈ ਵੀ ਔਕੜ ਆਉਂਦੀ ਰਹੇ। ਇੱਥੇ ਉਹ ਭਾਵ ਲੱਗ ਰਿਹਾ ਮੈਨੂੰ। ਬਾਕੀ ਹੈਗੇ ਨੇ ਵਿਦਵਾਨ ਬੈਠੇ ਹੋਏ, ਜੇ ਕੁਝ ਹੋਰ ਹੋਏਗਾ ਤੇ ਏਕਾ ਸ਼ਬਦ ਜੀ ਬੋਲੋ। ਹਾਂਜੀ ਹਾਂਜੀ, ਕਰਨੀ ਕੀਰਤ ਰਵ ਸੱਸ ਦਾ ਨਾ ਇੱਥੇ ਐਗਜ਼ਾਮਪਲ ਲੈ ਲਿਆ ਮੈਂ, ਥੋੜਾ ਜਿਹਾ ਵਰਡ ਮੀਨਿੰਗਸ ਦੇਖ ਰਿਹਾ ਸੀਗਾ। ਰਵ ਸੱਸ, ਰਵ ਦਾ ਮਤਲਬ ਸੂਰਜ, ਸੱਸ ਦਾ ਮਤਲਬ ਚੰਦਰਮਾ, ਏਕੋ ਗ੍ਰਹਿ ਉਦਿਆਨੇ ਵੀ ਉਹ ਉਦਿਆਨੇ ਜਿਵੇਂ ਇੱਥੇ ਜੰਗਲ ਲਿਖਿਆ ਹੋਇਆ, ਹੁਣ ਮੈਨੂੰ ਪਤਾ ਨਹੀਂ ਠੀਕ ਹੈ ਕਿ ਕੀ ਹੈ, ਪਰ ਇੱਥੇ ਜਦੋਂ ਕੰਪੇਅਰ ਕਰਦੇ ਆ ਤੇ ਉਹ ਇੱਕੋ ਉਦਿਆਨੇ ਮਤਲਬ ਇੱਕੋ ਦੇ ਵਸ ਦੇ ਵੀ ਇੱਕੋ ਚੀਜ਼ ਨਾਲ ਲਿੰਕਡ ਹੈ ਜੀ। ਉਹ ਸਾਡੇ ਹੀ ਅੰਤਰ ਨੇ ਨਾ ਦੋਨੋਂ। ਇੱਕ ਵਾਰ ਅਸੀਂ ਗੁੱਸੇ 'ਚ ਗਰਮ ਹੋ ਜਾਂਦੇ ਹਾਂ, ਫਿਰ ਅਸੀਂ ਇਸ ਵੇਲੇ ਅਸੀਂ ਕਿੰਨੇ ਸ਼ਾਂਤ ਹਾਂ ਕਿਉਂਕਿ ਅਸੀਂ ਪਾਣੀ ਪੜ ਰਹੇ ਹਾਂ। ਤੇ ਇਹ ਉਸ ਚੀਜ਼ ਨੂੰ ਮੇਰਾ ਖਿਆਲ ਡਿਸਕ੍ਰਾਈਬ ਕੀਤਾ ਗਿਆ ਇੱਥੇ। ਅੱਗੇ ਹੈ ਏਕ ਸ਼ਬਦ ਇੱਕ ਭਿਖਿਆ ਮੰਗੇ, ਗਿਆਨ ਧਿਆਨ ਜੁਗਤ ਸੱਚ ਜਾਗੇ। ਮਤਲਬ ਦਰ ਤੋਂ ਮੰਗ ਕੇ ਇੱਕ ਤੇ ਸ਼ਬਦ ਨਾਲ ਜੁੜਦਾ ਹੈ, ਇੱਕ ਦਰ ਤੋਂ ਮੰਗ ਕੇ ਜੋਗੀ ਜਿਹੜਾ ਹੈ ਉਹ ਗੁਰੂ ਦੇ ਦਰ ਤੋਂ ਮੰਗ ਕੇ ਖਾਂਦੇ ਨੇ ਜਿਹੜੇ ਜੋਗੀ। ਤੇ ਜੇ ਉਹ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੀ ਖੈਰ ਮੰਗੇ, ਉਸ ਦੇ ਅੰਤਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ। ਉਸ ਦੀ ਉੱਚੀ ਇਹਨੂੰ ਥੋੜਾ ਹੋਰ ਸਿੰਪਲ ਕਰ ਲਈਏ ਨਾ, ਇੱਕ ਸ਼ਬਦ ਦੇ ਵਿੱਚ ਤਾਂ ਹੋ ਗਿਆ ਨਾ, ਇੱਕ ਵਰਡ ਦੇ ਪਿੱਛੇ ਜਿਹੜੇ ਜੁੜਦੇ ਨੇ, ਇੱਕ ਭਿੱਖਿਆ ਮੰਗੇ। ਭਿੱਖਿਆ ਜਿਹੜੇ ਭੀਖਿਆ ਹੈ, ਵੈਸੇ ਭਿੱਖਿਆ ਸੌਰੀ, ਹੁਣ ਭਿੱਖਿਆ ਵੀ ਦੇਖਣਾ ਪਏਗਾ। ਮੇਰਾ ਧਿਆਨ ਇੱਧਰ ਆ ਗਿਆ, ਮੈਂ ਨਹੀਂ ਤੇ ਵਰਡ ਮੀਨਿੰਗ ਦੇਖ ਲੈਂਦਾ। ਹਾਂਜੀ, ਇਹ ਜਿਹੜੇ ਜੈਨੀ ਹੁੰਦੇ ਆ ਨਾ, ਇਹਨਾਂ ਦਾ ਜਿਹੜਾ ਹੈ, ਔਰ ਜਿਹੜੇ ਬੋਧੀ ਨੇ, ਇਹਨਾਂ ਦਾ ਇਹ ਹੈ ਕਿ ਮੰਗ ਕੇ ਖਾਣਾ ਹੈ। ਜਿਹੜੇ ਇਹਨਾਂ 'ਚ ਇੱਕ ਜਿਵੇਂ ਆਪਣੇ ਗਿਆਨੀ ਹੁੰਦੇ ਨੇ, ਇਹਨਾਂ 'ਚ ਜਿਹੜੇ ਉਸ ਸਟੇਜ ਤੇ ਪਹੁੰਚਦੇ ਨੇ, ਉਹਨਾਂ ਲਈ ਇਹ ਸਪੈਸ਼ਲ ਜ਼ਰੂਰੀ ਹੁੰਦਾ ਹੈ। ਤੁਸੀਂ ਦੇਖਿਆ ਹੋਏਗਾ ਨੰਗੇ ਪੈਰੀ ਵੀ ਤੁਰਦੇ ਨੇ ਕਿ ਕੋਈ ਜੀਵ ਹੱਤਿਆ ਨਾ ਹੋ ਜਾਏ, ਮੂੰਹ ਤੇ ਵੀ ਕੱਪੜਾ ਬੰਨ੍ਹ ਕੇ ਰੱਖਦੇ ਨੇ ਕਿ ਸਵਾਸਾਂ ਰਾਹੀਂ ਵੀ ਕੋਈ ਜੀਵ ਨਾ ਮਰ ਜਾਏ। ਔਰ ਇਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਇਹਨਾਂ ਨੇ ਮੰਗ ਕੇ ਖਾਣਾ, ਇੱਕ ਸਪੈਸ਼ਲ ਤਰ੍ਹਾਂ ਦੀ ਦੋਨੋਂ ਹਥੇਲੀਆਂ ਜੋੜ ਕੇ, ਔਰ ਇਹ ਹਰ ਘਰ 'ਚ ਜਾ ਕੇ ਮੰਗਦੇ ਨੇ। ਔਰ ਸੂਰਜ ਡੁੱਬਣ ਤੋਂ ਪਹਿਲੇ ਇਹਨਾਂ ਨੂੰ ਜੋ ਮਿਲ ਜਾਏ ਇਹਨਾਂ ਨੇ ਉਹ ਖਾ ਕੇ ਸੋ ਜਾਣਾ ਹੈ। ਜੇ ਨਾ ਮਿਲੇ ਤੇ ਇਹਨਾਂ ਨੇ ਤਾਂ ਵੀ ਸੋ ਜਾਣਾ ਹੈ ਸੂਰਜ ਡੁੱਬਣ ਤੋਂ ਪਹਿਲੇ। ਤੇ ਇਹ ਉਸ ਚੀਜ਼ ਨੂੰ ਡਿਸਕ੍ਰਾਈਬ ਕੀਤਾ ਗਿਆ, ਹੱਥਾਂ ਨੂੰ ਜੋੜ ਕੇ ਵਿੱਚ ਜਿੰਨੀ ਬਣਦੀ ਹੈ ਨਾ ਉਹ ਆਪਣੀ ਬੁੱਕ ਜਿਹੀ, ਉਸਦੇ ਵਿੱਚ। ਹਾਂਜੀ ਜੀ, ਬੁੱਕ ਜਿਹੜੀ ਹੁੰਦੀ ਹੈ, ਬੁੱਕਲ ਤੇ ਉਹ ਹੋ ਗਿਆ ਨਾ ਜਿਵੇਂ ਸ਼ਾਲ ਦੀ ਬੁੱਕਲ, ਤੇ ਬੁੱਕ ਜਿਹੜੀ ਆ ਉਹ ਦੋਨੋਂ ਹੱਥਾਂ ਨੂੰ ਜੋੜ ਕੇ ਉਹਦੇ ਵਿੱਚ ਜਿੰਨਾ ਕਿਸੇ ਨੇ ਅਨਾਜ ਪਾ ਦਿੱਤਾ, ਮੰਨ ਲਓ ਸਾਡੇ ਦਰ ਤੇ ਆਏ, ਅਸੀਂ ਉਹਨਾਂ ਨੂੰ ਇੱਕ ਫੁਲਕਾ ਹੀ ਰੱਖ ਦਿੱਤਾ ਜਾਂ ਅਸੀਂ ਇੱਕ ਬਿਸਕੁਟ, ਉਹ ਚੀਜ਼ ਹੈ, ਇਹ ਉਹ ਚੀਜ਼ ਡਿਸਕ੍ਰਾਈਬ ਕੀਤੀ ਗਈ ਹੈ। ਅੱਗੇ ਗਿਆਨ ਧਿਆਨ ਜੁਗਤ, ਅੱਗੇ ਕਰਦੇ ਹਾਂ, ਗਿਆਨ ਧਿਆਨ ਜੁਗਤ ਸੱਚ ਜਾਗੇ। ਤੇ ਅਗਰ ਜੇ ਉਹ ਰੱਬ ਨਾਲ ਜੁੜੇ, ਇਹੀ ਖੈਰ ਉਹ ਰੱਬ ਦੇ ਨਾਮ ਦੀ ਮੰਗ ਰਿਹਾ ਜਿਸ ਤਰ੍ਹਾਂ, ਪਰ ਉਹ ਇਸ ਤਰ੍ਹਾਂ ਨਾ ਮੰਗੇ, ਉਹ ਰੱਬ ਨਾਲ ਜੁੜ ਜਾਏ, ਉਹਦੇ ਨਾਲ ਡੂੰਘੀ ਸਾਂਝ ਪਾਏ, ਅੰਤਰੋਂ ਉਹਦੇ ਨਾਲ ਜੁੜਿਆ ਰਹੇ, ਤੇ ਉਹਨੂੰ ਇਹ ਮੰਗਣ ਦੀ ਲੋੜ ਨਹੀਂ ਪਏਗੀ। ਉਸਦੀ ਉੱਚੀ ਜਿਹੜੀ ਸੁਰਤ ਹੈ ਉਹ ਜਾਗ ਜਾਏਗੀ, ਜਿਹੜੀ ਅੰਤਰ ਆਤਮਾ ਹੈ, ਅੰਤਰ ਰੱਬ ਨਾਲ ਜੁੜ ਜਾਏਗੀ, ਤੇ ਉਹਨੂੰ ਸੁਰਤ ਜਾਗ ਜਾਏਗੀ ਕਿ ਇੰਤਜ਼ਾਮ ਤੇ ਉਸ ਪਰਮਾਤਮਾ ਨੇ ਕਰਨਾ, ਉਹਨੇ ਕਰ ਹੀ ਦੇਣਾ। ਉਸ ਦੇ ਅੰਤਰ ਸਿਮਰਨ ਦਾ ਰੂਪ ਜੁਗਤ ਜਿਹੜੀ ਆ ਉਹ ਜਾਗ ਜਾਏਗੀ। ਕਿ ਅੰਤਰ 'ਚ ਸਿਮਰਨ ਜਿਹੜਾ ਅਸੀਂ ਕਹਿੰਦੇ ਆ ਨਾ ਚੱਲਣ ਲੱਗ ਪੈਂਦਾ, ਸਾਨੂੰ ਅੰਤਰ 'ਚ ਯਾਦ ਰਹਿਣ ਲੱਗ ਜਾਂਦਾ ਹੈ। ਇੱਥੇ ਮੈਨੂੰ ਐਵੇਂ ਲੱਗ ਰਿਹਾ, ਇੱਥੇ ਆਪਾਂ ਦੋਨੋਂ ਭੈਣ ਭਰਾ ਹੀ ਹੁਣ ਡਿਸਕਸ ਕਰ ਰਹੇ ਹਾਂ, ਇੱਥੇ ਮੈਨੂੰ ਐਵੇਂ ਲੱਗ ਰਿਹਾ ਵੀ ਗਿਆਨ ਧਿਆਨ ਦੀ ਜੇ ਜੁਗਤੀ ਜਾਣੇ ਨਾ, ਜੇ ਵੈਸੇ ਇੱਥੇ ਲਿਖਿਆ ਨਹੀਂ ਹੈ, ਮੈਂ ਆਪਣੇ ਕੋਲੋਂ ਐਡ ਕਰਨੇ ਕਹਿੰਦੇ, ਜੇ ਜੁਗਤ ਜਾਣੇ ਸੱਚ ਜਾਗੇ, ਫਿਰ ਉਹਨੂੰ ਜੇ ਜੁਗਤ ਪਤਾ ਹੋਵੇ ਫਿਰ ਉਹਦੇ ਅੰਦਰ ਸੱਚ ਜਾਗੇ। ਜੀ ਇਹ ਹੋਰ ਬੈਟਰ ਹੈ, ਹਾਂ ਇਹ ਹੋਰ ਬੈਟਰ ਹੈ, ਇਸ 'ਚ ਹੋਰ ਸਮਝ ਆ ਰਿਹਾ ਸਾਨੂੰ। ਹਾਂ, ਇਹੀ ਗੱਲ
ਜੀ अगली लाइन लइए। पै रच रहे ना बाहर जाए, कीमत कौन रहे लिवलाए। वो जोगी सदा प्रभु दे डर अदब विच लीन रहिंदा है, ਹਮ, बाहर नहीं जांदा। ਇਹੋ ਜਿਹੇ ਜੋਗੀ ਦਾ ਕੌਣ ਮੁੱਲ ਪਾ ਸਕਦਾ ਹੈ। ਉਹ ਸਦਾ ਪ੍ਰਭੂ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ, ਜਿਹਦੀ ਸੁਰਤ ਉਹਦੇ ਨਾਲ ਜੁੜ ਗਈ। ਜਦੋਂ ਅਸੀਂ ਅੰਤਰ ਚ ਉਸਨੂੰ ਯਾਦ ਰੱਖਣਾ ਸ਼ੁਰੂ ਕਰ ਦਈਏ, ਅਗਰ ਇਸ ਅਵਸਥਾ ਤੱਕ ਚਲੇ ਜਾਈਏ ਜਿਸ ਤਰ੍ਹਾਂ ਕਿ ਬਾਬਾ ਨਾਨਕ ਸਾਨੀਆਂ ਗੁਰੂ ਸਨ, ਤੇ ਉਹਦਾ ਫਿਰ ਕੋਈ ਮੁੱਲ ਹੀ ਨਹੀਂ ਪਾ ਸਕਦਾ। ਉਸ ਅਵਸਥਾ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਅਨਮੋਲ ਅਵਸਥਾ ਹੈ ਉਹ, ਤੇ ਉਸ ਨੂੰ ਹਾਸਲ ਕਰਨਾ ਮੇਨ ਚੀਜ਼ ਹੈ ਜੋ ਕਿ ਅਸੀਂ ਨਹੀਂ ਕਰ ਪਾਉਂਦੇ ਹਾਂ। आपे मेले भरम चुकाए, गुर प्रसाद परम पद पाए। ਪ੍ਰਭ ਆਪ ਹੀ ਜਿਹੜਾ ਹੈ ਉਹ ਮੇਲ ਲੈਂਦਾ ਹੈ ਤੇ ਜੀਵਾਂ ਨੂੰ ਭਟਕਾਣ ਤੋਂ ਮੁਕਤ ਕਰਦਾ ਹੈ, ਭਟਕਣ ਤੋਂ ਮੁਕਤ ਕਰਦਾ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮ ਦਰਜਾ ਪ੍ਰਾਪਤ ਕਰਦਾ ਹੈ। ਸਿਰਫ ਇੱਕ ਮਨੁੱਖ ਹੀ ਐਸਾ ਜੀਵ ਹੈ ਜਿਹੜਾ ਇਹ ਦਰਜਾ ਪ੍ਰਾਪਤ ਕਰ ਸਕਦਾ ਹੈ, ਉਸ ਦੇ ਨਾਲ ਜੁੜ ਸਕਦਾ ਹੈ। ਇਹ ਗੁਰੂ ਦੀ ਕਿਰਪਾ ਅਗਰ ਹੋ ਜਾਏ ਤਾਂ ਸਾਨੂੰ ਇਹ ਹਾਸਲ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਸਾਡੇ ਉੱਤੇ ਬਾਣੀ ਦੀ ਕਿਰਪਾ ਹੋਈ ਹੈ, ਸਾਨੂੰ ਸਮਝ ਆ ਰਹੀ ਹੈ। ਆਪਾਂ ਗੁਰੂ ਇੱਥੇ ਨਾ ਦੇਖੋ ਗੁਰ ਲਿਖਿਆ, ਕੱਲ ਵੀ ਆਪਾਂ ਗੁਰਚਰਨ ਅੰਕਲ ਤੋਂ ਸਿੱਖਿਆ ਸੀਗਾ ਗੁਰ ਕਹਿਣਾ ਹੈ। ਇੱਥੇ ਜਦੋਂ ਗੁਰ ਕਹਿ ਰਹੇ ਆ ਤੇ ਉਹਦੀ ਵਿਜ਼ਡਮ, ਉਹਦੀ ਨੌਲੇਜ ਲੈ ਕੇ ਗੁਰ ਪ੍ਰਸਾਦ ਪਰਮ ਪਦ ਪਾਏ। ਗੁਰੂ ਦਾ ਪ੍ਰਸਾਦ, ਜਦੋਂ ਗੁਰੂ ਦੀ ਨੌਲੇਜ ਵਿਜ਼ਡਮ ਅਸੀਂ ਧਾਰਨ ਕਰ ਲਈ, ਫਿਰ ਸਾਨੂੰ ਪਰਮ ਪਦਵੀ ਜਿਹੜੀ ਹੈ, ਜਿਹੜੀ ਟੌਪ ਮੋਸਟ ਲੈਵਲ ਹੈ ਜਿਹੜਾ ਸਾਡੇ ਮੈਂਟਲ ਥਾਟ ਦਾ, ਉਹ ਉੱਥੇ ਮਿਲ ਜਾਂਦਾ ਹੈ। ਅੱਗੇ ਫਿਰ ਗੁਰ ਹੀ ਆ ਰਿਹਾ, ਗੁਰ ਕੀ ਸੇਵਾ। ਹਾਂਜੀ, ਇਹ ਗੁਰ ਦਾ ਮੀਨ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ। ਗੁਰ ਦਾ ਮੀਨਿੰਗ ਗਿਆਨ ਨਾਲ ਸੀਗਾ। ਜੀ ਜੀ, ਇਹ ਤੁਸੀਂ ਠੀਕ ਕੀਤਾ, ਮੈਨੂੰ ਕਲੀਅਰ ਕਰ ਦਿੱਤਾ, ਮੈਂ ਧਿਆਨ ਨਹੀਂ ਦਿੱਤਾ ਸੀ। ਜੀ ਜੀ ਕੋਈ ਗੱਲ ਨਹੀਂ ਜੀ। ਤੇ ਜੇ ਸਾਡਾ ਗਿਆਨ ਅੰਤਰ ਦਾ ਜਾਗ ਜਾਏਗਾ ਤੇ ਅਸੀਂ ਜ਼ਰੂਰੀ ਗੱਲ ਹੈ ਕਿ ਫਿਰ ਸਮਝ ਜਾਵਾਂਗੇ ਔਰ ਉਹਦੇ ਨਾਲ ਜੁੜਾਂਗੇ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਹੁਣ ਗੁਰ ਕੀ ਸੇਵਾ ਫੇਰ ਆ ਰਿਹਾ, ਯਾਨੀ ਕਿ ਅਸੀਂ ਗਿਆਨ ਦੀ ਸੇਵਾ ਕਰੀਏ, ਆਪਣੇ ਗਿਆਨ ਨੂੰ ਵਧਾਈਏ, ਹਨਾ ਜੀ। ਬਿਲਕੁਲ। ਹਉਮੈ ਮਾਰੇ ਕਰਨੀ ਸਾਰ, ਤੇ ਆਪਣੀ ਹਉਮੈ ਨੂੰ ਮਾਰੀਏ, ਆਪਣੇ ਗਿਆਨ ਨੂੰ ਵਧਾਈਏ, ਆਪਣੀ ਹਉਮੈ ਨੂੰ ਮਾਰੀਏ, ਤੇ ਤਾਂ ਜਾ ਕੇ ਸਾਡੇ ਜਿਹੜੇ ਵਿਚਾਰ ਨੇ ਉਹ ਬਣਦੇ ਨੇ ਸਹੀ। ਹਉਮੈ ਅੰਤਰ ਦੀ ਮਰ ਜਾਂਦੀ ਹੈ ਜਦੋਂ। ਹਾਂ, ਸਾਰ ਦਾ ਮੈਂ ਜੋ ਸਮਝ ਰਿਹਾ, ਬਾਕੀ ਹੁਣ ਸਾਰੇ ਵੱਡੇ ਬਾਅਦ ਵਿੱਚ ਬੋਲਣਗੇ। ਜੀ, ਹਉਮੈ ਮਾਰੇ ਕਰਨੀ ਸਾਰ, ਸਾਰ ਦਾ ਮਤਲਬ ਟੋਟੈਲਿਟੀ ਦੇ ਵਿੱਚ ਰਿਜ਼ਲਟ, ਆਊਟਕਮ ਜਿਹੜਾ ਹੈਗਾ। ਹਾਂਜੀ, ਮੈਨੂੰ ਇਸ ਤਰ੍ਹਾਂ ਲੱਗ ਰਿਹਾ, ਮੈਨੂੰ ਇਸ ਤਰ੍ਹਾਂ ਲੱਗ ਐਟ ਰਿਹਾ। ਐਂਡ ਰਿਜ਼ਲਟ ਮੈਟਰਸ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ, ਹਨਾ ਜੀ। ਤੇ ਰਿਜ਼ਲਟ ਜੋ ਜਿਹੜਾ ਉਹ result ਸਹੀ ਆਏਗਾ ਤੇ ਜੀ। ਉਹਨੇ, ਕਿਉਂਕਿ ਉਹਨੇ ਹਉਮੈ ਮਾਰ ਲਈ, ਹਉਮੈ ਮਾਰੇ ਕਰਨੀ ਸਾਰ। ਜੀ, ਕਰਨੀ ਸਾਰ। ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ। ਇੱਥੇ ਨਾਨਕ ਜੀ ਕਹਿੰਦੇ ਨੇ ਕਿ ਬੇਅੰਤ ਪ੍ਰਭੂ ਦੀ ਜਿਹੜੀ ਸਿਫਤ ਸਲਾਹ ਹੈ, ਆਪਣੇ ਆਪ ਨੂੰ ਰਜਾਣਾ, ਇਹ ਜੋਗੀ, ਇਹ ਹਨ ਜੋਗੀ ਦੇ ਜਪ ਤਪ ਸੰਜਮ ਤੇ ਪਾਠ। ਇਹੀ ਨੇ ਜਿਹੜਾ ਜੋਗੀ ਹੈ, ਉਹ ਆਪਣੇ ਆਪ ਨੂੰ ਰਜਾ ਰਿਹਾ। ਜੋਗੀ ਦਾ ਪੁਰਾਣ ਆਦਿਕ ਕੋਈ ਧਰਮ ਪੁਸਤਕ ਨਹੀਂ, ਨਾ ਜੀ। ਇੱਥੇ ਵੀ ਥੋੜਾ ਜਿਹਾ ਟਵਿਸਟ, ਇਹਦੇ ਵਿੱਚ ਥੋੜਾ ਜਿਹਾ ਹੋਰ ਟਵਿਸਟ ਹੈਗਾ। ਵੈਸੇ ਗੁਰਚਰਨ ਅੰਕਲ ਨੇ ਹੈਂਡ ਰੇਜ਼ ਕੀਤਾ। ਇੱਥੇ ਨਾ 5 ਦੱਸੇ ਨੇ, ਜਪ ਤਪ ਸੰਜਮ ਪਾਠ ਪੁਰਾਣ, ਇਹ 5 ਹੋ ਗਏ। ਕਹੋ ਨਾਨਕ, ਇੱਥੇ ਨਾਨਕ ਜੀ ਕਹਿ ਰਹੇ ਨੇ ਅਪਰੰਪਰ ਮਾਨ, ਜਿਸ ਦੀ ਜੁਗਤ ਦੀ ਗੱਲ ਚੱਲ ਰਹੀ ਹੈ, ਉੱਪਰ ਗਿਆਨ ਧਿਆਨ ਜੁਗਤ ਸੱਚ ਜਾਗੇ ਵਾਲੀ ਗੱਲ, ਉਹ ਅਪਰੰਪਾਰ ਹੈ, ਉਹ ਪੂਰਾ ਉੱਪਰ, ਇਹਨਾਂ ਚੀਜ਼ਾਂ ਤੋਂ ਉੱਪਰ ਹੈ ਜੀ। ਇਸ ਤਰ੍ਹਾਂ ਲੱਗ ਰਿਹਾ ਮੈਨੂੰ। ਬਾਕੀ ਹਾਂਜੀ, ਬਿਲਕੁਲ ਠੀਕ ਹੈ। ਹਾਂਜੀ ਹਾਂਜੀ, ਬਾਕੀ ਦੇਖਦੇ ਹਾਂ। ਗੁਰਚਰਨ ਅੰਕਲ ਨੇ ਹੈਂਡ ਰੇਜ਼ ਕੀਤਾ ਹੈਗਾ ਜੀ। ਅੰਕਲ ਹਾਂਜੀ ਜੀ। ਇੱਕ ਤਾਂ ਜਿਹੜੀ ਗੁਰ ਕੀ ਸੇਵਾ ਨਾ, ਉਹ ਸ਼ਬਦ ਵਿਚਾਰ ਹੀ ਗੁਰ ਕੀ ਸੇਵਾ, ਇੱਥੇ ਗੁਰੂ ਸਾਹਿਬ ਇਹ ਕਹਿ ਰਹੇ ਨੇ। ਹਾਂ ਜੀ, ਜਿਹੜੇ ਸ਼ਬਦ ਦੀ ਵਿਚਾਰ ਕਰਨੀ ਹੈ, ਉਹਦੇ ਤੱਤ ਸਾਰ ਲੱਭਣਾ, ਉਹੀ ਸੇਵਾ ਹੈ। ਤੇ ਸਾਰਾ ਲਫ਼ਜ਼ ਗੁਰਬਾਣੀ ਚ ਲੋਹੇ ਵਾਸਤੇ ਵਰਤਿਆ ਗਿਆ, ਸਿੱਧ ਗੋਸ਼ ਲੋਹੇ ਵਾਸਤੇ। ਅੱਛਾ ਜੀ। ਹਾਂ, ਸਿੱਧ ਗੋਸ਼ ਲੋਹੇ ਵਾਸਤੇ ਵਰਤਿਆ। ਜਿਹੜਾ ਹਉਮੈ ਮਾਰਨੀ ਹੈ, ਇਹ ਕਰਨੀ ਹੈ, ਇਹ ਲੋਹੇ ਚ ਚਣੇ ਚਮਾਉਣ ਵਰਗਾ ਕੰਮ ਹੈ। ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਬਾਕੀ ਠੀਕ ਹੋਇਆ ਤਾਂ ਜੀ, ਜਿਹੜਾ ਬਾਕੀ ਆਪਾਂ ਦੋਨਾਂ ਭੈਣ ਭਰਾ ਨੇ ਜੋ ਕੀਤਾ, ਠੀਕ ਕੀਤਾ ਵੀ ਥੋੜਾ ਬਹੁਤ। ਹਾਂਜੀ ਹਾਂਜੀ, ਬਹੁਤ ਤਾਂ ਠੀਕ ਹੈ। ਜਿਹੜਾ ਜਪ ਤਪ ਸੰਜਮ ਪਾਠ ਹੈ, ਜਪ ਤਪ ਸੰਜਮ ਤੇ ਪਾਠ, ਪੁਰਾਣਾ ਦੇ ਪਾਠ। ਹਾਂਜੀ,
ਪਾਠ ਪੁਰਾਣ ਇੱਕ ਹੈ, ਲਫ਼ਜ਼ ਹੈ, ਪੁਰਾਣਾਂ ਦੇ ਪਾਠ ਕਰਨੇ, ਗ੍ਰੰਥਾਂ ਦੇ ਪਾਠ ਕਰਨੇ, ਜਪ ਕਰਨਾ, ਤਪ ਅੱਛਾ ਕਰਨਾ, ਹਾਂ ਠੀਕ ਹੈ, ਓਕੇ 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 ਠੀਕ ਹੈ, ਇਹ ਮਤਲਬ ਪਾਠ ਪੁਰਾਣ ਮਤਲਬ ਪੁਰਾਣਾਂ ਦੇ ਪਾਠ ਕਰਨੇ, ਪੁਰਾਣਾਂ ਦੇ ਪਾਠ ਕਰਨੇ, ਗ੍ਰੰਥਾਂ ਦੇ ਪਾਠ ਕਰਨੇ। ਠੀਕ ਹੈ। ਤੇ ਇਹ ਤੋਂ ਸਭ ਤੋਂ ਉੱਪਰ ਹੈ ਕਹੋ ਨਾਨਕ ਅਪਰੰਪਰ ਮਾਨ, ਅਪਰੰਪਰ ਨੂੰ ਹਾਂ ਮੰਨੋ, ਅਪਰੰਪਰ ਨਾਲ ਜੁੜ ਕੇ ਰਹਿ, ਹਾਂ ਸਤਿਨਾਮ। ਠੀਕ ਹੈ, ਚਲੋ ਇੱਕ ਮੇਰੀ ਸੈਂਸ ਥੋੜੀ ਜੀ ਠੀਕ ਹੋ ਗਈ। ਹਾਂਜੀ, ਜੋ ਵੀਰ ਜੀ ਪਰ ਮੇਰੀ ਇੱਥੇ ਇੱਕ ਫਿਰ ਮੈਨੂੰ ਥੋੜਾ ਉਹ ਹੈ ਹੋ ਗਈ ਹਾਂਜੀ ਜੀ। ਹਾਂਜੀ ਕਰ ਸਕਦੇ ਗੁਰਮੀਨ ਤੇ ਅਸੀਂ ਖੁੱਲ੍ਹਾ ਵਿਚਾਰ ਗਿਆਨ ਨਾਲ ਕੱਢਿਆ ਸੀ ਨਾ, ਗੁਰੂ ਦਾ ਹਾਂਜੀ ਮੀਨਿੰਗ ਤੇ ਗਿਆਨ ਸੀ ਨਾ, ਹੂੰ ਤੇ ਸੇਵਾ ਤੇ ਗਿਆਨ ਦੀ ਕਰਨੀ ਹੈ ਨਾ। ਹੂੰ ਬਿਲਕੁਲ ਸੇਵਾ ਸ਼ਬਦ ਵਿਚਾਰ ਕਰਨਾ ਹੈ, ਸ਼ਬਦ ਵਿਚਾਰ ਕਰਨਾ ਇਹੀ ਸੇਵਾ ਹੈ। ਹਾਂਜੀ ਉਹੀ ਸੇਵਾ ਹੋਵੇ ਜੀ। ਉਹੀ ਸੇਵਾ ਹੈ। ਸੇਵਾ ਦਾ ਭੁਲੇਖਾ ਹੋਰ ਨਾ ਰਹੇ ਕੋਈ। ਹਾਂ ਇਹ ਸਪਸ਼ਟ ਹੈ, ਦੇਖੋ ਇਹ ਸਪਸ਼ਟਤਾ ਨਾਲ ਬੋਲਿਆ ਡਾਇਲੌਗ ਹੈ, ਹੋਰ ਕੋਈ ਭੁਲੇਖਾ ਨਾ ਰਵੇ ਤੁਹਾਨੂੰ ਵੀ ਆਪ ਜੀ ਕੋਈ ਹੋਰ ਸੇਵਾ ਕਰ ਲਾਂਗੇ, ਹਾਂ ਹਾਂ, ਜੀ ਇਹ ਸਪਸ਼ਟਤਾ ਚਾਹੀਦੀ ਹੈ ਸਾਡੇ ਬਿਆਨਾਂ ਦੇ ਵਿੱਚ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਇਹ ਵੀ ਕਿਹਾ ਹੈ। ਇਹ ਵੀ ਕਿਹਾ ਸਭ ਤੋਂ ਉੱਪਰ ਸ਼ਬਦ ਸਭ ਵਿਚਾਰ। ਤੋਂ ਉੱਪਰ ਗੁਰ ਸ਼ਬਦ ਵਿਚਾਰ, ਸਾਰੇ ਕੰਮਾਂ ਤੋਂ ਉੱਪਰ ਗੁਰ ਸ਼ਬਦ ਦੀ ਵਿਚਾਰ ਇਹ ਹੈ। ਹਾਂਜੀ ਹਾਂਜੀ ਤਾਈ ਜੀ, ਕੱਲ ਮੈਂ ਇਹੀ ਚੀਜ਼ ਅੰਕਲ ਮੈਂ ਨੋਟ ਕੀਤੀ ਸੀਗੀ, ਉਹਦੇ ਤੇ ਹੀ ਫਿਰ ਮੈਂ ਇਹ ਵਾਲਾ ਸ਼ਬਦ ਸੋਚਿਆ ਸੀ ਵੀ ਇਹ ਥੋੜਾ ਜਿਹਾ ਸ਼ਬਦ ਹੈਗਾ, ਆਪਾਂ ਇਹਨੂੰ ਵਿਚਾਰਨਾ ਚਾਹੀਦਾ ਹੈ। ਅੱਛਾ ਉਹ ਸ਼ਬਦ ਅਲੱਗ ਹੈ ਹਨਾ, ਮੈਨੂੰ ਉਹ ਵੀ ਤਾਈ ਜੀ ਨੋਟ ਹੀ ਕਰਾ ਦਿਓ ਹਨਾ। ਹਾਂਜੀ ਕੱਲ ਫਿਰ ਸਭ ਸੇ ਅੱਛਾ ਤੁਸੀਂ ਕੰਟੀਨਿਊ ਕਰੋ ਜੀ, ਨਾਲ ਨਾਲ ਸਾਰੇ ਜਿਹੜੇ ਵੀਰ ਭੈਣ ਕੰਟੀਨਿਊ ਕਰਨਗੇ। ਜੀ ਠੀਕ ਹੈ ਜੀ, ਕਾਫੀ ਹੈਂਡ ਰੇਜ਼ ਹੋ ਗਏ ਜੀ। ਇੱਕ ਸਿਮਰਨ ਕੌਰ ਜੀ ਨੇ ਪਹਿਲੇ ਹੈਂਡ ਰੇਜ਼ ਕੀਤਾ, ਮਾਫੀ ਚਾਹਾਂਗਾ ਮੈਂ ਜੀ। ਫਿਰ ਉਸ ਤੋਂ ਬਾਅਦ ਗੁਰਬਚਨ ਵੀਰ ਜੀ ਤੁਸੀਂ ਵੀ ਅਨਮਿਊਟ ਕਰ ਲਓ, ਤੇ ਸਰਵਨ ਵੀਰ ਜੀ ਵੀ ਤੁਸੀਂ ਅਨਮਿਊਟ ਕਰ ਲਓ। ਕਾਈਂਡਲੀ ਪਿੱਛੋਂ ਦੀ ਸ਼ੋਰ ਦਾ ਧਿਆਨ ਰੱਖਣਾ ਜੀ। ਭੈਣ ਜੀ ਤੁਸੀਂ ਬੋਲੋ। ਗਜਿੰਦਰ ਸਿੰਘ ਵੀਰ ਜੀ ਨੇ ਵੀ ਕੀਤਾ ਜੀ। जी मुझे वो नहीं ਮੈਂ समझ ਸਾਰਿਆਂ में ਨੂੰ आया ਰਿਕੁਐਸਟ ਕਰਾਂਗਾ, ਜਿਹੜਾ यहाँ पे। ਅਸੀਂ ਦੋਨਾਂ ਭੈਣ ਭਰਾਵਾਂ ਨੇ ਮਿਲ ਕੇ ਕੀਤਾ ਹੈ, ਕਹਿੰਦੀ ਪਹਿਲੇ ਜਿਵੇਂ ਤਾਏ ਗੁਰਚਰਨ ਅੰਕਲ ਨੇ ਸਾਨੂੰ ਉੱਥੇ ਠੀਕ ਕਰਾਇਆ, ਤੇ ਤੁਸੀਂ ਵੀ ਆਪਣਾ ਪਹਿਲੇ ਵਿਊ ਦੇ ਦਿਓ ਵੀ ਅਸੀਂ ਕਿੱਥੇ ਠੀਕ ਕੀਤਾ, ਕਿੱਥੇ ਗਲਤ ਕੀਤਾ, ਤਾਂ ਕਿ ਥੋੜਾ ਜਿਹਾ ਇੱਕ ਮੋਰਲ ਜਿਹੜਾ है वो सेट हो जाता है जी। फिर तुसी नहीं अपने मुझे पॉइंट्स जोड़ दो। पूछना है वीर जी, यहाँ पे लोहा बोल रहे हैं ना, मुझे वहां लोहा नहीं लग रहा है, वो करणी सार, करड़ी सार है वो जो लोहा उन्होंने बोला ना उसमें सिद्ध गोष्ठ में, करड़ी सार है कि कठिन लोहा जैसे करड़ा होता है, पर यहाँ मुझे उसका मतलब लोहा नहीं लग रहा है, सार जो आपने बोला वही लग रहा है। अच्छा मेरे को लगा था भी जैसे करनी सार है, पर वो करनी सार ਜੇ ਆਪਾਂ ਉਹਨਾਂ ਦਾ ਵਿਊ ਲੈਣੇ ਆ ਵੀ ਲੋਹੇ ਦੇ ਚਨੇ ਚਪਾਣ ਵਾਲੀ ਕਰ ਲੈ, ਤੇ ਉਦਾਂ ਵੀ ਠੀਕ ਲੱਗਦਾ। ਹੋਮੇ ਮਾਰੇ ਬੜਾ ਔਖਾ ਕੰਮ ਹੈ ਹੋਮੇ ਮਾਰਨਾ, ਤੇ ਹੋਮੇ ਮਾਰ तो ਕੇ वहां ਜਦੋਂ अगर वैसा होता ना तो करड़ी लिखा होता, करड़ी। ਜੀ ਹਾਰਡ ਲਿਖਿਆ ਹੁੰਦਾ, ਹਾਰਡ ਮਾने ਕਰੜਾ। ਭਾਵਾਰਥ ਹੋਊਗਾ ਜੀ, ਭਾਵਾਰਥ ਤਾਂ ਉਹੀ ਆਊਗਾ। ਪਾਵਰਥ ਤਾਂ ਜਿਹੜਾ ਮੈਂ ਕੀਤਾ ਉਹ ਠੀਕ ਆਏਗਾ ਮਤਲਬ। ਭਾਵਾਰਥ ਉਹੀ ਆਊਗਾ। ठीक है जी, ठीक है जी, थैंक यू जी। ठीक है सिमरन जी, थैंक यू, आपने पार्टिसिपेट जी। गुरबचन जी अपना पॉइंट रखो। ਹਾਂਜੀ ਇਹ ਜਿਵੇਂ ਕਿਹਾ ਨਾ, ਗੁਰ ਕੀ ਸੇਵਾ ਸ਼ਬਦ ਵਿਚਾਰ, ਤੇ ਅਸੀਂ ਸ਼ਬਦ ਵਿਚਾਰ ਕਰਦੇ ਹਾਂ, ਰੋਜ਼ ਕਰਦੇ ਹਾਂ, ਸਵੇਰੇ ਸ਼ਾਮ ਵੀ ਕਰਦੇ ਹਾਂ, ਪਰ ਕੀ ਸਾਡੇ ਵਿਕਾਰ ਦੂਰ ਹੋ ਜਾਂਦੇ ਹਨ ਇਸ ਤਰ੍ਹਾਂ ਸ਼ਬਦ ਵਿਚਾਰ ਕਰਨ ਨਾਲ? ਇਹ ਮੈਂ ਪੁੱਛਣਾ ਚਾਹੁੰਦਾ। ठीक है, कोई भी आंसर दे दो तुसी, मतलब एवें कह रहे हो। ठीक है जी, थैंक यू। सरवनवीर जी तुसी काइंडली अनम्यूट करो ना, ਤੁਹਾਨੂੰ ਅਨਮਿਊਟ ਦਾ ਸਿਗਨਲ ਦਿੱਤਾ ਹੋਇਆ ਜੀ। ਸਰਵਨਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੇਰੇ ਮਨ ਵਿੱਚ ਇੱਕ ਦੋ ਸਵਾਲ ਆਏ ਹੈਗੇ ਆ। ਇੱਕ ਤਾਂ ਪਹਿਲਾਂ ਜਿਹੜਾ ਤੁਸੀਂ ਸਟਾਰਟਿੰਗ ਵਿੱਚ ਆਪਣਾ ਅਮਰ ਆਨੰਦ ਬਾਰੇ ਜਿਹੜਾ ਦੱਸਿਆ ਕਿ 4 ਸਟੇਜਾਂ ਤੇ ਜਿਹੜਾ ਹੈਗਾ, ਉਹਦੀ ਗੱਲ ਕਰ ਲਈਏ ਜਾਂ ਪਹਿਲਾਂ ਸ਼ਬਦ ਉਚਾਰ ਦੀ ਗੱਲ ਕਰ ਲਈਏ? ਹਾਂ ਬਹੁਤ ਵਧੀਆ ਤੁਹਾਡਾ, ਦੇਖੋ ਵਧੀਆ ਤੁਸੀਂ ਗੱਲ ਕੀਤੀ ਹੈ। ਆਪਾਂ ਪਹਿਲੇ ਸ਼ਬਦ ਦੀ ਵਿਚਾਰ ਕਰ ਲੈਂਦੇ ਹਾਂ, ਉਹਨੂੰ ਫਿਰ ਡਿਸਕਸ ਕਰ ਲਾਂਗੇ ਬਾਅਦ ਵਿੱਚ ਜੀ। ਸ਼ਬਦ ਵਿਚਾਰ ਚਲੋ ਮਤਲਬ ਇਹ ਇਹੀ ਹੈ ਕਿ ਆਪਾਂ ਜਿਹੜੇ ਵੀ ਜਿਹੜਾ ਜੋ ਅਧਿਆਤਮਕ ਕਰਮ ਕਰਕੇ ਜੋ ਸੱਚਾ ਬਣਨਾ ਹੈਗਾ ਨਾ ਜੀ, ਔਰ ਉਹਦੇ ਜਿਹੜਾ ਮੁਕਤੀ ਜਾਂ ਪਾਣੀ ਹੈਗੀ ਹੈ, ਉਹ ਆਪਾਂ ਕਰਮ ਕਾਂਡਾਂ ਨਾਲ ਮੁਕਤੀ ਨਹੀਂ ਸਾਨੂੰ ਮਿਲ ਸਕਦੀ।
ਸੋ ਜਿਹੜਾ ਜੁਗਤ ਵਿਚਾਰ ਕਰਨਾ ਜੋ ਵੀ ਜੋਗੀ ਜਿਹੜੇ ਕਰਦੇ ਹੈਗੇ ਆ, ਉਹ ਪੰਜ ਮਾਰ ਇਹੀ ਆਪਾਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਉਹ ਸੱਚ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਬਿਲਕੁਲ ਤੇ ਠੀਕ ਹੈ ਜੀ। ਜਿਸ ਦੇ ਅੰਦਰ ਇਹ ਸੱਚ ਵਸ ਜਾਂਦਾ ਹੈ, ਤੇ ਉਹਨੂੰ ਹੀ ਜੋ ਮਤਲਬ ਜਿਹੜੀ ਜੁਗਤ ਜਿਹੜੀ ਹੈ, ਜੀਵਨ ਦੀ ਜੁਗਤ ਜਿਹੜੀ ਹੈ, ਉਹਦੀ ਕੀਮਤ ਦਾ ਪਤਾ ਚੱਲਦਾ ਹੈ। ਪਤਾ ਚੱਲਦਾ। ਤੇ ਜਿਵੇਂ ਰਵ ਸਸ ਏਕੋ ਗ੍ਰਹਿ ਉਦਿਆਨੇ, ਮਤਲਬ ਇੱਕ ਹੀ ਬਗੀਚੇ ਵਿੱਚ ਜਿਵੇਂ ਗਰਮ ਵੀ ਹੈਗਾ ਤੇ ਠੰਡਾ ਵੀ ਹੈਗਾ। ਰਵੀ ਜਿਹੜਾ ਹੈਗਾ ਉਹ ਗਰਮ ਦਾ ਹੈਗਾ ਸਿੰਬਲ ਹੈਗਾ, ਸੱਚ ਜਿਹੜਾ ਹੈ ਉਹ ਠੰਡ ਦਾ ਹੈਗਾ, ਹੈ ਨਾ। ਲੇਕਿਨ ਇਹ ਦੋਵੇਂ ਇਕੱਠਾ ਸਾਡੇ ਸਰੀਰਾਂ, ਸਾਡੇ ਇਨਸਾਨ ਵਿੱਚ ਵੀ ਹੈਗਾ। ਤੇ ਜਿਹੜੀ ਆਪਾਂ ਕਰਮ ਕਰਾਂਗੇ, ਕੀਰਤੀ ਕਰਾਂਗੇ, ਚੰਗੇ ਕਰਮ ਕਰਾਂਗੇ, ਤੇ ਉਹ ਸਾਡਾ ਸੱਸ ਵਾਂਗੂ ਹੋ ਜਾਏਗਾ। ਅਗਰ ਅਸੀਂ ਬੁਰੇ ਕਰਮ ਕਰਾਂਗੇ, ਸਾਡਾ ਜਿਹੜਾ ਮਨ ਹੈਗਾ ਉਹ ਗਰਮ ਜਿਹੜਾ ਹੈਗਾ, ਜੋ ਵੀ ਖਿਆਲ ਵਾਲਾ ਹੋਏਗਾ। ਤੇ ਇੱਕ ਸ਼ਬਦ ਇੱਕ ਭਿੱਖਿਆ ਮੰਗੇ, ਤੇ ਜਿਹੜਾ ਇੱਕ ਅਸੀਂ ਜਿਹੜਾ ਸ਼ਬਦ ਦੀ ਭਿੱਖਿਆ ਮਤਲਬ ਵਾਹਿਗੁਰੂ ਤੋਂ ਮੰਗਦੇ ਹਾਂ, ਤੇ ਇਹਦੇ ਨਾਲ ਸਾਡਾ ਗਿਆਨ ਧਿਆਨ ਯੁਗ ਜਿਹੜੀ ਹੈ ਉਹ ਸੱਚ ਜਗ ਜਾਂਦਾ ਹੈਗਾ। ਤੇ ਭੈ ਰਚ ਰਹੇ ਨਾ ਬਾਹਰ ਜਾਏ, ਤੇ ਭੈ ਵਿੱਚ ਰਹਿ ਕੇ ਅਸੀਂ ਆਪਾਂ ਪਰਮਾਤਮਾ ਦੇ ਨਾਲ ਇੱਥੇ ਤੁਸੀਂ ਥੋੜਾ ਡਿਫਰ ਕੀਤਾ ਸਾਡੇ ਨਾਲ, ਜਿਹੜਾ ਮੈਂ ਤੇ ਭੈਣ ਜੀ ਨੇ ਮਿਲ ਕੇ ਕੀਤਾ। ਇੱਕ ਸ਼ਬਦ ਦੇਖੋ, ਮੇਰਾ ਇੱਕ ਵਿਚਾਰ ਹੈਗਾ ਕਿ ਇਹ ਜਿਹੜੀ ਇਹ ਬਾਣੀ ਅਗਾਧ ਬੋਧ ਹੈਗੀ ਹੈ, ਹਨਾ। ਹਾਂਜੀ ਹਾਂਜੀ ਇਹੀ ਤੇ ਵਾਹਿਗੁਰੂ ਦੀ ਇੰਨੀ ਮਤਲਬ ਇਹਦੇ ਚ ਪਾਰ ਹੈਗਾ ਨਾ, ਇਹਦੇ ਚ ਜੋ ਜਿੱਦਾਂ ਅਸੀਂ ਹਰ ਇਨਸਾਨ ਆਪਣੇ ਹਿਸਾਬ ਨਾਲ ਕਰੇਗਾ ਨਾ, ਹਾਂ ਉਹਦੇ ਚ ਗਲਤ ਤਰੀਕਾ ਮਤਲਬ ਪਾਸੇ ਨਹੀਂ ਜਾਣਾ। ਮੈਨੂੰ ਇੱਕ ਭਾਈ ਸੰਤ ਸਿੰਘ ਮਸਕੀਨ ਜੀ ਦੀ ਗੱਲ ਯਾਦ ਆਈ ਕਿ ਉਹਨਾਂ ਨੇ ਇੱਕ ਲਗਭਗ 150 ਟੀਕਿਆਂ ਦਾ ਗੱਲ ਕੀਤੀ ਜਪਜੀ ਸਾਹਿਬ ਦਾ, ਤੇ ਉਹਨਾਂ ਨੇ ਟੀਕਾ ਕਰਨਾ ਚਾਲੂ ਕੀਤਾ। ਮਤਲਬ ਹਰ ਟੀਕਾ ਇੱਕ ਦੂਸਰੇ ਨੂੰ ਨਾਲ ਮੇਲ ਨਹੀਂ ਖਾਂਦਾ, ਤੇ ਹਰ ਟੀਕਾ ਵੀ ਠੀਕ ਹੈਗਾ, ਤੇ ਆਪਣਾ ਆਪਣਾ ਵਿਚਾਰ ਹੈਗਾ। ਆਪਾਂ ਉਹ ਕਨਕਲੂਜਨ ਕਰਕੇ ਵੀ ਤੱਤ ਕੀ ਹੈਗਾ, ਗੁਰੂ ਨੇ ਸਾਨੂੰ ਅੱਜ ਦੇ ਸ਼ਬਦ ਦੇ ਸਾਨੂੰ ਕੀ ਸਿੱਖਿਆ ਦਿੱਤੀ, ਉਹ ਆਪਾਂ ਤੱਤ ਕੱਢਣਾ। ਵਿਚਾਰ ਆਪਣੇ ਅਲੱਗ-ਅਲੱਗ, ਕਿਉਂਕਿ ਅਗਾਧ ਬਹੁਤ ਬਾਣੀ ਹੈਗੀ ਹੈ, ਅਥਾਹ ਸਮੁੰਦਰ ਵਾਂਗੂ ਹੈਗੀ ਹੈ, ਹਨਾ। ਇਹਦੇ ਵਿਚਾਰ ਜਿਹੜੇ ਭਾਵਰ ਜੀ ਹਾਂਜੀ ਉਹ ਅਲੱਗ-ਅਲੱਗ ਹੋ ਸਕਦੇ। ਹਾਂ, ਨਹੀਂ ਇੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਨਾ ਇੱਕ ਦੂਜੇ ਦੇ ਨਾਲ ਸਾਂਝ ਬਣਾ ਲਈਏ, ਵੀ ਜਿੱਥੇ ਵੀ ਕੋਈ ਡਿਫਰੈਂਸ ਆ ਰਿਹਾ ਉਤੋਂ ਆਪਾਂ ਜਿਵੇਂ ਘਰ ਦੇ ਵਿੱਚ ਚਾਰ ਭੈਣ ਭਰਾ ਮਿਲ ਕੇ ਇੱਕ ਪੁਆਇੰਟ ਦੇ ਉੱਤੇ ਸਹਿਮਤ ਹੋ ਜਾਂਦੇ ਨੇ, ਬਸ ਇੱਥੇ ਉਸ ਤਰ੍ਹਾਂ ਦਾ ਮਾਹੌਲ ਅਸੀਂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਗਿਆਨ ਧਿਆਨ ਜੁਗਤ ਸੱਚ ਜਾਗੇ ਵਾਲੀ ਗੱਲ ਹੈ ਨਾ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਇਹ ਗਿਆਨ ਧਿਆਨ ਜੁਗਤ, ਜਿਹੜੀ ਇਹ ਗਿਆਨ ਧਿਆਨ ਦੀ ਜੁਗਤ ਹੈ, ਉਹਦੇ ਨਾਲ ਫਿਰ ਸੱਚ ਜਾਗ ਜਾਂਦਾ ਅੰਦਰ। ਮੈਂ ਇਸ ਤਰ੍ਹਾਂ ਕਰ ਰਿਹਾ ਸੀ। ਠੀਕ ਹੈ ਬਿਲਕੁਲ ਠੀਕ ਹੈ। ਹਾਂਜੀ ਠੀਕ ਹੈ ਜੀ, ਥੈਂਕ ਯੂ। ਠੀਕ ਹੈ, ਅੱਗੇ ਦੂਸਰਾ। ਹਾਂਜੀ, ਥੈਂਕ ਯੂ ਜੀ। ਗਜਿੰਦਰ ਜੀ, ਤੁਸੀਂ ਕੁਝ ਹੈਂਡ ਰੇਜ਼ ਕੀਤਾ ਸੀ। ਇੱਕ ਮਿੰਟ ਮੇਰਾ ਮਾਊਸ ਕਿਧਰ ਆ ਗਿਆ ਜੀ। ਗਜਿੰਦਰ ਜੀ, ਤੁਸੀਂ ਆਪਣਾ ਪੁਆਇੰਟ ਰੱਖੋ। ਥੈਂਕ ਯੂ ਸਰਵਨਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਇੱਥੇ ਨਾ 6ਵੇਂ ਪਦੇ ਦੇ ਵਿੱਚ ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਹੁਣ ਇੱਥੇ ਉਹੀ ਐਂਗਲ ਆਉਂਦਾ ਹੈ ਜਿਵੇਂ ਕੀਤਾ ਜਾਏ ਆਪੇ ਮੇਲੇ, ਆਪੇ ਨੂੰ ਪਰਮਾਤਮਾ ਨਹੀਂ ਮਿਲੇਗਾ, ਇਹਨੂੰ ਆਪੇ ਮੇਲੇ ਭਰਮ ਚੁਕਾਏ। ਆਪ ਹੀ ਉਸ ਪਰਮਾਤਮਾ ਨਾਲ ਜੁੜ ਕੇ ਅਸੀਂ ਆਪਣੇ ਭਰਮਾਂ ਦਾ ਨਾਸ਼ ਕਰਨਾ। ਠੀਕ ਹੈ। ਕਿਸ ਤਰ੍ਹਾਂ ਹੋਏਗਾ? ਗੁਰ ਪ੍ਰਸਾਦੀ ਪਰਮ ਪਦ ਪਾਏ। ਜਿਸ ਵੇਲੇ ਉਸ ਗਿਆਨ ਦੀ ਸੇਵਾ ਹੋਏਗੀ ਤੇ ਉਹਦਾ ਪ੍ਰਸਾਦ, ਉਹਦਾ ਜੋ ਰਿਟਰਨ ਜੋ ਆਏਗਾ, ਉਹਦੇ ਨਾਲ ਹੀ ਪਰਮ ਪਦ ਮਿਲੇਗਾ। ਯਾਨੀ ਕਿ ਮਿਹਨਤ ਅਸੀਂ ਆਪ ਹੀ ਕਰਨੀ ਹੈ, ਆਪੇ ਮਿਲੇ। ਉਹ ਪਰਮਾਤਮਾ ਨਹੀਂ ਮਿਲੇਗਾ, ਮੈਨੂੰ ਆਪ ਮਿਹਨਤ ਕਰਨੀ ਪਏਗੀ, ਤਾਂ ਹੀ ਮੇਰੇ ਭਰਮ ਪਦ ਚੁਕਾ। ਬਿਲਕੁਲ ਠੀਕ ਹੈ ਵਿਜੇ, ਠੀਕ ਹੈ ਵਿਜੇ। और गुरु की सेवा शब्द विचार, शब्द ही विचार करके ही गुरु की सेवा, सच्ची सेवा जो है वो यही है कि गुरु की सेवा, यानी कि इस परमात्मा से नहीं छोड़ना, ਅਸੀਂ ਆਪ ਮਿਹਨਤ ਕਰਨੀ ਹੈ, ਘਾਲਣਾ ਕਰਨੀ ਹੈ, ਤਾਂ ਜਾ ਕੇ ਉਹ ਨੋਟ ਸਾਨੂੰ ਮਿਲਣਗੇ, ਉਹ ਨਿਚੋੜ ਸਾਨੂੰ ਮਿਲੇਗਾ। ਇਹ ਥੱਲੇ ਵੀ ਜਿਹੜਾ ਸਾਰ ਆਇਆ ਨਾ, ਕਰਨੀ ਸਾਰ, ਉਹ ਮੇਰੀ ਕਰਨੀ ਜਿਹੜੀ ਹੋਏਗੀ ਉਸੇ ਦਾ ਹੀ ਨਿਚੋੜ ਮੇਰੇ ਕੋਲ ਆਏਗਾ, ਐਸੈਂਸ ਮੇਰੇ ਕੋਲ ਆਏਗਾ। ਸਾਰ ਇੱਥੇ ਲੋਹਾ ਨਹੀਂ ਹੈਗਾ, ਇੱਥੇ ਸਾਰ ਇਹੀ ਹੈ, ਨਿਚੋੜ। ਹਾਂ ਠੀਕ ਹੈ, ਉਹ ਤਾਇਆ ਜੀ ਨੇ ਫਿਰ ਗੁਰਚਰਨ ਅੰਕਲ ਨੇ ਕਲੀਅਰ ਕਰਤਾ ਸੀਗਾ। ਥੈਂਕ ਯੂ ਵੀ ਜੀ, ਆਲਮੋਸਟ ਆਪਣੇ ਸੇਮ ਹੀ ਅਰਥ ਆ ਗਏ। ਥੈਂਕ ਯੂ ਵੈਰੀ ਮਚ, ਥੈਂਕ ਯੂ। ਠੀਕ ਹੈ ਜੀ, ਰਣਵੀਰ ਵੀ ਜੀ, ਤੁਸੀਂ ਆਪਣਾ ਪੁਆਇੰਟ ਰੱਖੋ, ਕਾਈਂਡਲੀ ਬਰੀਫ ਦੇ ਵਿੱਚ ਕਰ ਲੈਣਾ। ਜੀ ਵਾਹਿ ਖਾਲਸਾ ਵਾਹਿ ਫਤਿਹ ਜੀ। ਖਾਲਸਾ ਫਤਿਹ। ਗੁਰਬਚਨ ਵੀਰ ਜੀ ਨੇ ਬੜਾ ਹੀ ਜ਼ਰੂਰੀ ਸਵਾਲ ਅੱਜ ਦੇ ਸ਼ਬਦ ਦੇ ਪਰਿਪੇਖ ਵਿੱਚ ਜੋ ਹੈ ਉਠਾਇਆ ਹੈ। ਸਾਡੇ ਜੀਵਨ ਦਾ ਮੂਲ ਟੀਚਾ ਹੈ ਆਤਮਿਕ ਉੱਚਤਾ ਪ੍ਰਾਪਤ ਕਰਨੀ,
ਕਾਮਾਦਿਕ ਵਿਕਾਰਾਂ ਤੋਂ ਉੱਪਰ ਉੱਠਣਾ, ਕਾਮ ਕ੍ਰੋਧ ਤੋਂ ਉੱਪਰ ਉੱਠਣਾ, ਇਸ ਵੱਲ ਅਸੀਂ ਕੂਚ ਕਰਾਂਗੇ। ਹੁਣ ਇੱਥੇ ਇਸ ਸਵਾਲ ਦਾ ਜਵਾਬ ਗੁਰੂ ਸਾਹਿਬ ਸਭ ਤੋਂ ਜਿਹੜੀ ਪਹਿਲੀ ਪੰਕਤੀ ਆ ਰਹੀ ਹੈ ਨਾ ਸਿਖਰ ਤੇ, ਉੱਥੇ ਸਾਨੂੰ ਇਹ ਇਸ ਗੁਰਬਚਨ ਵੀਰ ਜੀ ਨੇ ਜਿਹੜਾ ਸਵਾਲ ਪੁੱਛਿਆ ਉਸਦਾ ਆਨਸਰ ਸਾਨੂੰ ਗੁਰੂ ਸਾਹਿਬ ਪਹਿਲੀ ਪੰਕਤੀ ਦੇ ਰਹੇ ਨੇ। ਜੀ ਜੀ ਜੀ। ਗੁਰੂ ਸਾਹਿਬ ਫਰਮਾ ਰਹੇ ਨੇ ਅਧਿਆਤਮ ਕਰੇ ਤਾਂ ਸਾਚਾ, ਅਧਿਆਤਮ ਕਰਮ ਕਰੇ। ਹਾਂ, ਅਧਿਆਤਮ ਕਰਮ ਕਰੇ ਤਾਂ ਸਾਚਾ। ਹੁਣ ਅਧਿਆਤਮ ਕਰਮ ਕੀ ਹੈ ਕਿ ਆਤਮਕ ਉੱਚਤਾ ਵਾਲਾ ਇੱਕ ਟੀਚਾ ਰੱਖਣਾ। ਜਦੋਂ ਤੱਕ ਅਸੀਂ ਕੋਈ ਵੀ ਗੁਰਮਤਿ ਵਾਲੇ ਪਾਸੇ ਲੱਗਦੇ ਹਾਂ, ਸ਼ਬਦ ਦੀ ਵਿਚਾਰ ਨਾਲ ਲੱਗਦੇ ਹਾਂ, ਸਾਡਾ ਟੀਚਾ ਕੀ ਹੈ ਉਸ ਤੇ ਡਿਪੈਂਡ ਕਰੇਗਾ ਕਿ ਅਸੀਂ ਆਤਮਕ ਉੱਚਤਾ ਵਾਲਾ ਪਦ ਪ੍ਰਾਪਤ ਕਰਨ ਵੱਲ ਕੂਚ ਕਰ ਰਹੇ ਹਾਂ। ਜਿਵੇਂ ਕਿ 6ਵੇਂ ਪਦ ਵਿੱਚ ਆਪੇ ਮੇਲੇ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ, ਜਿਹੜਾ ਪਰਮ ਪਦ ਦਾ ਟੀਚਾ ਹੈ, ਜਿਹੜਾ ਮੂਲ ਮਨੋਰਥ ਹੈ ਸਾਡੇ ਜੀਵਨ ਦਾ, ਉਸ ਵੱਲ ਕੂਚ ਅਸੀਂ ਤਾਂ ਹੀ ਕਰਾਂਗੇ ਇਹ ਸਾਡੇ ਜੀਵਨ, ਸਾਡਾ ਜਿਹੜਾ ਫੋਕਸ, ਧਿਆਨ ਇਸ ਪਾਸੇ ਵੱਲ ਹੋਏਗਾ ਕਿ ਅਸੀਂ ਕਾਮ ਆਦਿਕ ਵਿਕਾਰਾਂ ਤੋਂ ਉੱਪਰ ਉੱਠਣਾ ਹੈ। ਔਰ ਅਦਰਵਾਈਜ਼ ਜੇਕਰ ਕੋਈ ਆਦਮੀ ਕੇਵਲ ਕਰਮ ਕਾਂਡ, ਜਿਵੇਂ ਅਖੰਡ ਪਾਠ ਰਖਵਾ ਦਿੰਦੇ ਨੇ ਲੋਕੀ, ਰੁਮਾਲਾ ਚੜਾ ਦਿੰਦੇ ਨੇ, ਇਹਨਾਂ ਰਸਮਾਂ ਤੱਕ ਹੀ ਸੀਮਿਤ ਹਨ, ਤਾਂ ਉਸ ਬਾਰੇ ਗੁਰੂ ਸਾਹਿਬ ਫਰਮਾ ਰਹੇ ਨੇ ਮੁਗਤ ਭੇਦ ਕਿਆ ਜਾਣੇ ਕਾਚਾ। ਐਸੇ ਕੱਚੇ ਜਿਗਿਆਸੂ ਜਿਹੜੇ ਨੇ ਉਹ ਅਗਰ ਸ਼ਬਦ ਦੀ ਵਿਚਾਰ ਨਾਲ ਜੁੜਨਗੇ ਵੀ ਤਾਂ ਉਸਦਾ ਕੋਈ ਉਹਨਾਂ ਨੂੰ ਬੈਨੀਫਿਟ ਨਹੀਂ ਮਿਲੇਗਾ। ਇਸ ਵਾਸਤੇ ਸਾਨੂੰ ਟੀਚਾ ਫੋਕਸ ਕਰਨਾ ਪਏਗਾ ਕਿ ਅਸੀਂ ਆਪਣੇ ਜੀਵਨ ਦਾ ਪਰਮ ਲਕਸ਼ ਕੀ ਰੱਖਣਾ ਹੈ। ਇਹ ਸਾਨੂੰ ਬੜਾ ਹੀ ਇਸ ਚੀਜ਼ ਨੂੰ ਫੋਕਸ ਕਰਨ ਦੀ ਲੋੜ ਹੈ, ਤਾਂ ਹੀ ਅਸੀਂ ਗੁਰ ਕੀ ਸੇਵਾ ਸ਼ਬਦ ਵਿਚਾਰ ਦੇ ਜੋ ਅਸੀਂ ਰੋਜ਼ में विचार कर रहे हैं, ਤਾਂ ਹੀ ਅਸੀਂ ਜੋ ਹੈ ਇਸ ਸ਼ਬਦ ਵਿਚਾਰ ਦਾ ਲਾਹਾ ਖੱਟ ਸਕਾਂਗੇ। ਅਦਰਵਾਈਜ਼ ਅਸੀਂ ਕੇਵਲ ਬਸ ਖਾਲੀ ਰੋਜ਼ ਜੋ ਹੈ ਸ਼ਬਦ ਦੀ ਵਿਚਾਰ ਕਰਕੇ ਦੈਟਸ ਆਲ, ਉਸਦਾ ਕੋਈ ਅਸੀਂ ਬੈਨੀਫਿਟ ਨਹੀਂ ਪ੍ਰਾਪਤ ਕਰ ਸਕਾਂਗੇ। ਹਾਂਜੀ, ਠੀਕ ਹੈ ਵੀਰ ਜੀ, ਥੈਂਕ ਯੂ ਵੈਰੀ ਮਚ ਜੀ। ਗੁਰਬਚਨ ਵੀਰ ਜੀ ਦਾ ਹੈਂਡ ਰੇਜ਼ ਹੋਇਆ ਹੈ ਜੀ। ਵੀਰ ਜੀ ਤੁਸੀਂ ਦੱਸੋ, ਆਪਣਾ ਪੁਆਇੰਟ ਰੱਖੋ। ਸ਼ਬਦ ਵਿਚਾਰ ਦਾ ਮਤਲਬ ਹੈ ਕਿ ਅਸੀਂ ਜੋ ਕਰਦੇ ਆ ਨਾ ਸ਼ਬਦ ਦੀ ਟ੍ਰਾਂਸਲੇਸ਼ਨ, ਸ਼ਬਦ ਦੇ ਮੁਸ਼ਕਲ ਅਰਥ, ਇਹ ਸ਼ਬਦ ਵਿਚਾਰ ਨਹੀਂ ਹੈ। ਸ਼ਬਦ ਵਿਚਾਰ ਇਹਨੂੰ ਨਹੀਂ ਕਹਿੰਦੇ। ਸ਼ਬਦ ਵਿਚਾਰ ਕਹਿੰਦੇ ਨੇ ਜੇ ਗੁਰੂ ਦੇ ਉਪਦੇਸ਼ਾਂ ਦਾ ਕਹਿਣਾ ਮੰਨ ਲਿਆ, ਯਾਨੀ ਕਿ ਮਨ ਕਰਕੇ ਉਸ ਨੂੰ ਉਪਦੇਸ਼ਾਂ ਨੂੰ ਆਪਣੇ ਹਿਰਦੇ ਤੇ ਟਾਲ ਲਿਆ, ਉਹ ਸ਼ਬਦ ਵਿਚਾਰ ਹੈ। ਜਿੰਨੀ ਮਰਜ਼ੀ ਅਸੀਂ ਲੱਖਾਂ ਸਾਲ ਇਸ ਤਰ੍ਹਾਂ ਸ਼ਬਦ ਦੀ ਟ੍ਰਾਂਸਲੇਸ਼ਨ ਕਰਦੇ ਰਹੀਏ, ਮੁਸ਼ਕਲ ਸ਼ਬਦਾਂ ਦੇ ਅਰਥ ਲੱਭਦੇ ਰਹੀਏ, ਡਿਸਕਸ ਕਰਦੇ ਰਹੀਏ, ਇਹ ਸ਼ਬਦ ਵਿਚਾਰ ਨਹੀਂ ਹੋਏਗੀ। ਸ਼ਬਦ ਵਿਚਾਰ ਤਾਂ ਹੀ ਹੋਏਗੀ ਜਦੋਂ ਅਸੀਂ ਗੁਰੂ ਦਾ ਕਹਿਣਾ ਮੰਨੇਗਾ। ਇਹ ਹੀ ਗੁਰੂ ਦੀ ਸੇਵਾ ਹੈ। ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਬਿਲਕੁਲ ਵੀਰ ਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ। ਦੇਖੋ ਇਹ ਪਹਿਲੀ ਪੰਕਤੀ ਦੇ ਵਿੱਚ ਵੀ ਜਿੱਥੇ ਰਣਬੀਰ ਵੀਰ ਜੀ ਨੇ ਧਿਆਨ ਦਵਾਇਆ ਨਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ। ਇਹ ਦੋ ਲਾਈਨਾਂ ਨੂੰ ਆਪਾਂ ਸਿੰਪਲ ਪੰਜਾਬੀ ਦੇ ਵਿੱਚ ਪੜ੍ਹ ਕੇ ਆਪਾਂ ਇਹਦਾ ਜੇ ਮੂਲ ਭਾਵ ਦੇਖੀਏ, ਸਿੰਪਲ ਪੰਜਾਬੀ ਚ ਪੜ੍ਹ ਕੇ ਆਪਾਂ ਅੱਗੇ ਨਿਕਲ ਗਏ, ਪਰ ਇਹਦਾ ਜੋ ਮੂਲ ਭਾਵ ਦੇਖ ਲਈਏ, ਮੁਕਤ ਭੇਦ ਕਿਆ ਜਾਣੇ ਕਾਚਾ, ਜਿਹੜਾ ਮੁਕਤੀ ਦਾ ਭੇਦ ਹੈ ਉਹ ਕੱਚਾ ਬੰਦਾ ਕਿਵੇਂ ਜਾਣ ਸਕਦਾ। ਸੋ ਇੱਥੇ ਜਿਹੜਾ ਸੈਂਟਰਲ ਆਈਡੀਆ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ, ਠੀਕ ਹੈ ਨਾ, ਇੱਥੋਂ ਦੀ ਆ ਰਿਹਾ ਵੀ ਜਿਹੜੀ ਗੱਲ ਤੁਸੀਂ ਵੀ ਕੀਤੀ ਹੈ, ਵਾਕਈ ਉਹਨੂੰ ਅਸੀਂ ਜਦ ਤੱਕ ਅਸੀਂ ਆਪਣੇ ਜੀਵਨ ਚ ਨਹੀਂ ਧਾਰਦੇ ਤਾਂ ਉਹਦਾ ਕੋਈ ਤੁਹਾਡਾ ਫਾਇਦਾ ਕੁਛ ਨਹੀਂ ਹੈ। ਉਹ ਕਰ ਅੱਗੇ 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 ਆਪਾਂ ਲੱਦੀ ਜਾਂਦੇ ਹਾਂ ਸਾਰਾ ਕੁਛ, ਉਹਦਾ ਸੇਮ ਰਿਜ਼ਲਟ ਜਿਹੜਾ ਕੁਛ ਵੀ ਨਹੀਂ। ਸਿਰਫ ਇੱਕ ਆਪਣੇ ਮਨ ਦਾ ਪਰਚਾਵਾ ਵਾਸਤੇ ਅਸੀਂ, ਜਿਵੇਂ ਲੋਕ ਦੂਜੇ ਕਰਮ ਕਰਦੇ ਨੇ, ਅਸੀਂ ਹੋਰ ਕਰਮ ਨਹੀਂ ਕਰਦੇ, ਅਸੀਂ ਇਹ ਕਰਮ ਕਰ ਰਹੇ ਹਾਂ, ਇਹ ਵੀ ਫਿਰ ਮਨ ਪਰਚਾਵਾ ਹੀ ਹੋ ਗਿਆ ਜੀ। ਗੁਰਬਚਨ ਜੀ ਤੁਸੀਂ ਦੁਬਾਰਾ ਹੈਂਡ ਰੇਜ਼ ਕੀਤਾ, ਪਤਾ ਨਹੀਂ ਮੈਨੂੰ, ਤੁਸੀਂ ਇੱਕ ਵਾਰੀ ਜੀ। ਮਨਪ੍ਰੀਤ ਜੀ ਤੁਸੀਂ ਦੱਸੋ ਆਪਣਾ ਪੁਆਇੰਟ। ਗੁਰ ਕੀ ਸੇਵਾ ਸ਼ਬਦ ਵਿਚਾਰ, ਜਿਵੇਂ ਹੁਣੇ ਵੀਰ ਜੀ ਨੇ ਕਿਹਾ ਕਿ ਗੁਰੂ ਦੀ ਸੇਵਾ ਜਿਹੜੀ ਹੈ, ਹੁਣ ਅਸੀਂ ਗੁਰ ਤੇ ਇੱਥੇ ਗੁਰ ਪੜ ਰਹੇ ਹਾਂ ਨਾ, ਗੁਰ ਮਾਨੇ ਗਿਆਨ ਲੈ ਰਹੇ ਹਾਂ, ਠੀਕ ਹੈ ਜੀ। ਤੇ ਗਿਆਨ ਦੀ ਸੇਵਾ ਯਾਨੀ ਕਿ ਆਪਣੇ ਅੰਤਰ ਚ ਗਿਆਨ ਉਪਜੇ, ਹਨਾ ਜੀ। ਤੇ ਫਿਰ ਵੀਰ ਜੀ ਨੇ ਜੋ ਕਿਹਾ ਉਹ ਮੇਰੀ ਸਮਝ ਚ ਨਹੀਂ ਆਇਆ। ਸ਼ਬਦ ਵਿਚਾਰ ਜਿਹੜਾ ਕਿਹੜਾ ਸ਼ਬਦ ਵਿਚਾਰਨਾ, ਉਹ ਮੈਨੂੰ ਪਲੀਜ਼ ਕਲੀਅਰ ਕਰੋ। ਸ਼ਬਦ ਵਿਚਾਰ ਤਾਂ ਵੀਰ ਜੀ ਨੇ ਕਲੀਅਰ ਕੀਤਾ ਵਿਸ਼ੇ ਵਿੱਚ। ਉਹਨਾਂ ਨੇ ਇਹੀ ਦੱਸਿਆ ਵੀ ਜਿਹੜੀ ਅਸੀਂ ਕਿਰਿਆਵਾਂ ਕਰ ਰਹੇ ਹਾਂ, ਜਿਵੇਂ ਸ਼ਬਦ ਵਿਚਾਰ, ਤੁਸੀਂ ਬਿਲਕੁਲ ਵਿੱਚ ਘਰ ਦੀ ਥਿਨ ਲਾਈਨ ਪਕੜ ਲਈ ਹੈ। ਮੈਨੂੰ ਬੜੀ ਖੁਸ਼ੀ ਹੋਈ ਹੈ, ਤੁਸੀਂ ਬਹੁਤ ਵਧੀਆ ਪੁਆਇੰਟ ਵਿੱਚੋਂ ਦੀ ਪਕੜਿਆ। ਸ਼ਬਦ ਵਿਚਾਰ ਨੂੰ ਅਸੀਂ ਜਦੋਂ ਅਧਿਆਤਮ ਕਰਮ ਕਰੇ ਵਾਲੀ ਨਾਲ ਜਦੋਂ ਜੋੜਦੇ ਆ ਨਾ, ਇਹ ਅਧਿਆਤਮ ਦਾ ਮਤਲਬ ਹੈ ਵੀ ਮੈਂ ਆਪਣੇ ਆਤਮਿਕ ਅਵਸਥਾ ਦੇ ਵਿੱਚ ਉਹਨੂੰ ਚੈੱਕ ਕਰਨਾ ਵੀ ਮੈਂ ਚਾਹੁੰਦਾ ਕੀ ਹਾਂ, ਮੇਰੀ ਪਰਸਨਲ ਥਾਟਸ ਕੀ ਨੇ,
ਫਿਰ ਇੱਥੇ ਡਾਇਰੈਕਸ਼ਨ ਲਿਖੀ ਹੋਈ ਹੈ, ਪਹੁੰਚਣਾ ਤੁਸੀਂ ਆਪ ਹੈ। ਕਰਮ ਦੀ ਸਾਰ ਤੁਹਾਨੂੰ ਮਿਲਣੀ ਹੈ, ਕਰਮ ਕਰਾਂਗੇ ਤਾਂ ਸਾਰ ਮਿਲਣੀ ਹੈ। ਠੀਕ ਹੈ, ਬਸ ਇਹ ਥਿਨ ਲਾਈਨ ਜਿਹੜੀ ਤੁਸੀਂ ਪਕੜੀ ਹੈ ਨਾ, ਬਹੁਤ ਖੂਬਸੂਰਤ ਹੈ। ਇਹ ਥਿਨ ਲਾਈਨ ਦੇ ਵਿੱਚ ਹੀ ਹੈ, ਇੱਥੇ ਜੋ ਲਿਖਿਆ ਹੈ ਇਹ ਸਾਡਾ ਮਾਰਗਦਰਸ਼ਨ ਹੈ। ਇੱਥੇ ਹੈ ਜਿਹੜੇ ਇਹਨਾਂ ਦੇ ਪਿੱਛੇ ਅਸੀਂ ਚੱਲਣਾ ਹੈ, ਇਸ ਦੱਸੇ ਹੋਏ ਡਾਇਰੈਕਸ਼ਨ ਤੇ ਅਸੀਂ ਚੱਲਣਾ ਹੈ। ਅਧਿਆਤਮ ਕਰਮ ਕਰਨੇ ਨੇ ਤੇ ਮੁਕਤ ਭੇਦ ਦਾ ਅਸੀਂ ਭੇਦ ਪਾਉਣ ਦੀ ਕੋਸ਼ਿਸ਼ ਕਰ ਰਹੇ ਵੀ ਮੇਰੀ ਮੁਕਤੀ ਕਿੱਥੇ ਹੈ ਜੀ। ਮਤਲਬ ਇੱਥੇ ਫਿਰ ਇਹੀ ਮੀਨਿੰਗ ਆ ਰਿਹਾ ਕਿ ਗਿਆਨ ਨੂੰ ਜਗਾਉਂਦੇ ਹੋਏ ਅਸੀਂ ਵਿਸ਼ੇ ਵਿਕਾਰਾਂ ਨੂੰ ਖਤਮ ਕਰਨਾ ਹੈ ਔਰ ਅਡੋਲ ਖਤਮ ਜੀਵਨ ਕਰਨਾ ਹੈ ਜੀਣਾ। ਨਹੀਂ, ਖਤਮ ਕਰਨਾ ਹੈ ਨਹੀਂ। ਜਦੋਂ ਤੁਹਾਡਾ ਗਿਆਨ ਜਾਗ ਗਿਆ, ਜਦੋਂ ਤੁਸੀਂ ਗਿਆਨਵਾਨ ਹੋਣ ਲੱਗ ਗਏ, ਤੁਹਾਡੇ ਜਿਹੜੇ ਵਿਸ਼ੇ ਵਿਕਾਰ ਨੇ ਉਹ ਆਟੋਮੈਟਿਕ ਖਤਮ ਹੋਣ ਲੱਗ ਜਾਣਗੇ ਨਾ। ਜਿਹੜੀ ਚੀਜ਼ ਤੁਹਾਨੂੰ ਗਿਆਨ ਦੇ ਵਿੱਚ ਪਤਾ ਲੱਗੀ ਵੀ ਇਹ ਤੁਹਾਡਾ ਨਾਸ਼ ਕਰ ਰਹੀ ਹੈ, ਉਹ ਤੁਸੀਂ ਆਟੋਮੈਟਿਕ ਛੋੜ ਦੋਗੇ, ਮਾਰੋਗੇ ਨਹੀਂ ਉਹਨੂੰ ਫਿਰ ਕਰਨ ਵਾਸਤੇ ਕੁਝ ਨਹੀਂ ਕਰਨਾ। ਉਹ ਤੇ ਫਿਰ ਗੁਰ ਤੇ ਉੱਥੇ ਹੀ ਛੁੱਟ ਗਈ ਨਾ, ਗਿਆਨ ਆਂਦੇ ਹੀ ਛੁੱਟ ਗਈ। ਤੇ ਫਿਰ ਸ਼ਬਦ ਵਿਚਾਰ ਮੈਨੂੰ ਫਿਰ ਸਮਝਾਓ, ਫਿਰ ਕਲੀਅਰ ਕਰੋ, ਅਜੇ ਵੀ ਨਹੀਂ ਹੋਇਆ ਮੈਨੂੰ। ਸ਼ਬਦ ਵਿਚਾਰ ਵੀਰ ਜੀ ਨੇ ਡਿਫਰੈਂਟ ਮੀਨਿੰਗ ਦਿੱਤਾ, ਵੀਰ ਜੀ ਪਲੀਜ਼ ਕਲੀਅਰ ਕਰੋ। ਵੀਰ ਜੀ ਨੂੰ ਫਿਰ ਕਹਿ ਦਿੰਦੇ ਆ ਜੇ ਗੁਰਬਚਨ ਵੀ ਜੀ ਜੇ ਹੈਗੇ ਨੇ, ਹਾਂ ਹੈਗੇ ਨੇ ਜੀ। ਵੀਰ ਜੀ ਤੁਸੀਂ ਕਲੀਅਰ ਕਰੋ। ਜੇ ਸ਼ਬਦ ਵਿਚਾਰ ਨੂੰ ਸਮਝਣਾ ਨਾ ਤੇ ਕੁਝ ਪੰਕਤੀਆਂ ਦਾ ਸਹਾਰਾ ਲੈਣਾ ਪਏਗਾ। ਉਹ ਪੰਕਤੀਆਂ ਨੇ, ਨਾਨਕ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਨੇ ਤੂੰ ਨਿਰਭਉ ਹੋ ਹੀ ਨਹੀਂ ਸਕਦਾ ਜਦ ਤੱਕ ਸ਼ਬਦ ਵਿਚਾਰ ਨਹੀਂ ਕਰੇਗਾ। ਹੁਣ ਅਸੀਂ ਰੋਜ਼ ਸਵੇਰੇ ਸ਼ਾਮੀ ਦੁਪਹਿਰੇ ਹਰ ਵੇਲੇ ਅਸੀਂ ਸ਼ਬਦ ਵਿਚਾਰ ਕਰ ਰਹੇ ਹਾਂ। ਇਹਦਾ ਮਤਲਬ ਹੈ ਸ਼ਬਦ ਵਿਚਾਰ ਨਹੀਂ ਹੈ, ਇਹ ਤਾਂ ਅਸੀਂ ਅਰਥ ਕੀਤੇ ਨੇ। ਅਸੀਂ ਆਪਣੇ ਦਿਮਾਗ ਦੁਆਰਾ ਇਹਨੂੰ ਸਮਝਿਆ, ਜਾਣਿਆ, ਪਰ ਉਸ ਤੇ ਅਮਲ ਨਹੀਂ ਕੀਤਾ। ਜਿਵੇਂ ਕਿ ਗੁਰਬਾਣੀ ਕਹਿੰਦੀ ਹੈ ਪਰ ਕਾ ਬੁਰਾ ਨਾ ਰੱਖੋ ਚੀਜ਼। ਅਸੀਂ ਪੜ੍ਹ ਲਿਆ, ਵਾਹ ਵੀ ਕਰ ਛੱਡੀ, ਪਰ ਅਸੀਂ ਦੂਜਿਆਂ ਦਾ ਬੁਰਾ ਚਿੱਤ ਚ ਰੱਖਣਾ ਛੋੜਿਆ ਹੀ ਨਹੀਂ। ਫਿਰ ਗੁਰਬਾਣੀ ਕਹਿੰਦੀ ਹੈ ਮੂਈ ਮੇਰੀ ਮਾਈ ਹੋਂ ਖਰਾ ਸੁਖਾਲਾ, ਮੇਰੀ ਮਾਂ ਮਰ ਗਈ ਮੈਂ ਸੁਖੀ ਹੋ ਗਿਆ। ਇਹਦੇ ਅਰਥ ਜਾਣ ਲਏ ਤੇ ਪਰ ਅਸੀਂ ਇਹ ਸਮਝਿਆ ਨਹੀਂ ਕਿ ਮੂਈ ਮੇਰੀ ਮਾਈ ਕੌਣ ਹੈ। ਮਾਈ ਦੁਰਮਤ ਹੈ। ਦੁਰਮਤ ਮਾਂ ਨੂੰ ਅਗਰ ਅਸੀਂ ਮਾਰ ਦਿੱਤਾ ਤੇ ਤਾਂ ਮੈਂ ਸੁਖੀ ਹੋਵਾਂਗਾ। ਤੇ ਉਹ ਅਸੀਂ ਇੰਪਲੀਮੈਂਟ ਕੀਤਾ ਨਹੀਂ, ਲਾਗੂ ਨਹੀਂ ਕੀਤਾ। ਉਹ ਕਾਨੂੰਨ ਤਾਂ ਬਣ ਗਿਆ, ਕਾਨੂੰਨ ਤਾਂ ਸਮਝ ਲਿਆ, ਪਰ ਲਾਗੂ ਨਹੀਂ ਕੀਤਾ ਉਸ ਕਾਨੂੰਨ ਨੂੰ ਆਪਣੇ ਹਿਰਦੇ ਤੇ, ਆਪਣੇ ਸਰੀਰ ਤੇ। ਜਿਵੇਂ ਕਿਹਾ ਕੌਣ ਕੋ ਕਲੰਕ ਕਿਉ ਰਾਮ ਨਾਮ ਲੈ ਤੀ। ਰਾਮ ਨਾਮ ਲੈਣ ਨਾਲ ਕੋਈ ਕਲੰਕ ਰਹਿ ਨਹੀਂ ਸਕਦਾ, ਪਰ ਰਾਮ ਰਾਮ ਕਰਨ ਨਾਲ ਸਾਡੇ ਕਲੰਕ ਉੱਥੇ ਦੇ ਉੱਥੇ ਖੜੇ ਨੇ, ਜਾ ਹੀ ਨਹੀਂ ਦੇ ਨੇ। ਇਹਦਾ ਮਤਲਬ ਰਾਮ ਦਾ ਤਰੀਕਾ, ਮੈਥਡ ਠੀਕ ਨਹੀਂ ਸੀ, ਕਾਨੂੰਨ ਲਾਗੂ ਨਹੀਂ ਸੀ। ਇਹ ਵੇ ਸ਼ਬਦ ਵਿਚਾਰ। ਸ਼ਬਦ ਵਿਚਾਰ ਦਾ ਮਤਲਬ ਹੈ ਜੋ ਗੁਰੂ ਨੇ ਕਿਹਾ, ਜੋ ਗੁਰ ਕਹੇ ਸੋ ਭਲ ਕਰ ਮਾਨੇ ਹੀ ਸ਼ਬਦ ਵਿਚਾਰ ਹੈ। ਹਾਂਜੀ ਠੀਕ ਹੈ ਰੂਬੀ ਜੀ, ਮਤਲਬ ਆਪਣੇ, ਹਾਂਜੀ ਜੀ, ਸ਼ਬਦ ਗਿਆਨ ਜਗਾਉਂਦੇ ਹੋਏ ਆਪਣੇ ਵਿਕਾਰਾਂ ਨੂੰ ਦੂਰ ਕਰਨਾ, ਉਹੀ ਗੱਲ ਰਹਿ ਗਈ ਨਾ। ਫਿਰ ਤੁਸੀਂ ਮਤਲਬ ਤੁਸੀਂ ਟੈਂਸ ਚੇਂਜ ਕਰਕੇ ਕਰਨਾ ਨਹੀਂ ਹੈ। ਜਦੋਂ ਤੁਸੀਂ ਗਿਆਨ ਦਾ ਵਿਚਾਰ ਕਰ ਲਿਆ ਉਹ ਆਪੇ ਹੀ ਦੂਰ ਹੋ ਜਾਣੇ ਨੇ। ਹਾਂ ਹੋ ਗਏ। ਤੇ ਫਿਰ ਸ਼ਬਦ ਵਿਚਾਰ ਅਸੀਂ ਅਡੋਲ ਰਹਿਣਾ ਹੈ, ਇੱਥੇ ਇਹ ਆ ਰਿਹਾ ਨਾ। ਹਾਂਜੀ ਵੀਰ ਜੀ। ਮਨਪ੍ਰੀਤ ਕੌਰ ਭੈਣ ਜੀ, ਗਿਆਨ ਨੂੰ ਨਹੀਂ ਜਗਾਣਾ। ਗਿਆਨ ਤਾਂ ਹਮੇਸ਼ਾ ਜਾਗਿਆ ਹੋਇਆ, 24 ਘੰਟੇ ਜਾਗਦਾ ਰਹਿੰਦਾ। ਅਸੀਂ ਸੁੱਤੇ ਪਏ। ਗਿਆਨ ਦੇ ਹੁੰਕਾਰੇ ਨਾਲ ਅਸੀਂ ਆਪਣੇ ਆਪ ਨੂੰ ਜਗਾਣਾ। ਗਿਆਨ ਦੇ ਨਾਰੇ ਨਾਲ ਜਾਂ ਗਿਆਨ ਦੀ ਆਵਾਜ਼ ਨਾਲ ਗਿਆਨ ਸਾਨੂੰ ਹਰ ਵੇਲੇ ਜਗਾ ਰਿਹਾ ਵੇ, ਪਰ ਅਸੀਂ ਸੁੱਤੇ ਪਿਆ ਕਿਉਂਕਿ ਸੰਸਾਰ ਸਾਰਾ ਹੀ ਸੁੱਤਾ ਪਿਆ। ਗੁਰਬਾਣੀ ਕਹਿੰਦੀ ਹੈ ਕਿਉਂ? ਕਿਉਂਕਿ ਉਹਨੇ ਸ਼ਬਦ ਵਿਚਾਰਿਆ ਨਹੀਂ, ਗਿਆਨ ਲਿਆ ਨਹੀਂ, ਇਸ ਲਈ ਸਾਰਾ ਸੰਸਾਰ ਸੁੱਤਾ ਪਿਆ। ਸੰਸਾਰ ਵਿੱਚ ਅਸੀਂ ਸੁੱਤੇ ਪਿਆ। ਅਸੀਂ ਜਦ ਤੱਕ ਅਸੀਂ ਜਾਗਾਂਗੇ ਨਹੀਂ, ਗਿਆਨ ਸਾਨੂੰ ਜਗਾਏਗਾ। ਗਿਆਨ ਤਾਂ ਜਾਗਿਆ ਹੀ ਹੋਇਆ, ਜਾਗਿਆ ਹੀ ਬੰਦਾ ਜਾਗੇ ਨੂੰ ਜਗਾ ਸਕਦਾ ਨਾ। ਹਾਂਜੀ ਠੀਕ ਹੈ। ਆਪਾਂ ਗੁਰਚਰਨ ਸਿੰਘ ਜੀ ਨੇ ਹੈਂਡ ਰੇਸ ਕੀਤਾ ਹੋਇਆ, ਆਪਾਂ ਉਹਨਾਂ ਤੋਂ ਵੀ ਲੈ ਲੈਨੇ, ਉਹ ਆਪਣੇ ਵਿਚਾਰ ਦੇਣਗੇ ਜੀ। ਗੁਰਚਰਨ ਅੰਕਲ, ਫਿਰ ਸਿਮਰਨ ਕੌਰ ਭੈਣ ਜੀ। ਹਾਂਜੀ, ਮੈਂ ਤਾਂ ਕਰ ਦਿੱਤਾ ਗੁਰਬਚਨ ਸਿੰਘ ਜੀ ਨੇ ਕਲੀਅਰ, ਵੈਸੇ ਤੁਸੀਂ ਵੀ ਕਰਤਾ। ਤੇ ਮੈਂ ਤਾਂ ਸਿੱਧਾ ਅਰਥ ਦੱਸਣਾ ਫਿਰ ਛੇਤੀ ਜਾਵੇ ਬਈ ਸ਼ਬਦ ਦੀ ਸਿੱਧੀ ਜਿਹੜੀ ਅਰਥ ਹੈ ਉਹ ਹੁੰਦਾ ਉਪਦੇਸ਼। ਜਿਹੜਾ ਹੁਣ ਪੂਰਾ ਅਸੀਂ ਸ਼ਬਦ ਪੜ੍ਹਿਆ ਅੱਜ ਇਹ 8 ਪਦਿਆਂ ਦਾ, ਇਹਦੇ ਵਿੱਚ ਜਿਹੜਾ ਉਪਦੇਸ਼ ਹੈ ਨਾ ਮਿਲਿਆ, ਉਹ ਸ਼ਬਦ ਹੁੰਦਾ ਹੈ। ਉਹ ਜਿਹੜਾ ਫਿਰ ਅਸੀਂ ਸਮਝਣਾ, ਉਹ ਸਮਝ ਕੇ ਉਹ ਹਿਰਦੇ 'ਚ ਵਸਾਉਣਾ ਹੈ। ਉਹਦੇ ਨਾਲ ਸਾਡਾ ਪਾਰ ਉਤਾਰਾ ਹੋਣਾ। ਫਿਰ ਸਾਡੇ ਵਿੱਚ ਭਰਮ ਦੇ ਕੱਟੇ ਜਾਣੇ ਨੇ। ਭਰਮ ਕੱਟਣਾ ਹੀ ਹੈ ਮੇਨ ਕੰਮ। ਬਿਲਕੁਲ ਠੀਕ ਹੈ, ਬਿਲਕੁਲ। ਸੰਦੇਸ਼ ਭੈਣ ਜੀ ਉਹੀ ਸਮਝ ਲਓ ਨਾ, ਡਾਇਰੈਕਸ਼ਨ। ਬਸ ਸਾਨੂੰ ਡਾਇਰੈਕਸ਼ਨ ਮਿਲ ਗਈ। ਠੀਕ ਹੈ ਤਾਇਆ ਜੀ, ਥੈਂਕ ਯੂ ਵੈਰੀ ਮਚ। ਸਾਨੂੰ ਡਾਇਰੈਕਸ਼ਨ ਮਿਲ ਗਈ, ਉਹਨੂੰ ਰਿਸਾਈਟ ਕਰਨਾ, ਉਹਨੂੰ ਪੱਕਾ ਕਰਨਾ। ਅਸੀਂ ਰਿਸਾਈਟ ਕਰਨਾ ਸੀ ਡਾਇਰੈਕਸ਼ਨ ਨੂੰ, ਅਸੀਂ ਕੁਝ ਅੱਖਰਾਂ ਨੂੰ ਪਕੜ ਕੇ ਰਿਸਾਈਟ ਕਰਨ ਲੱਗ ਗਏ। ਜੀ ਜੀ
ਠੀਕ ਹੈ ਜੀ। ਹੋਰ ਕਿਸੇ ਵੀਰ ਭੈਣ ਨੇ ਆਪਣੇ ਕੋਈ ਪੁਆਇੰਟਸ ਰੱਖਣੇ ਨੇ, ਕੁਝ ਪੁਆਇੰਟ ਜੇ ਕਿਸੇ ਨੂੰ ਲੱਗਦਾ ਸਾਡੇ ਕੋਲ ਛੁੱਟ ਗਿਆ ਤੇ ਜਰੂਰ ਆਪਣਾ ਪੁਆਇੰਟ ਰੱਖ ਦੇਣ। ਠੀਕ ਹੈ ਜੀ, ਸਾਰਿਆਂ ਦਾ ਥੈਂਕਸ ਕਰਦੇ ਹਾਂ ਜੀ। ਇੱਕ ਸੁਧਾ ਭੈਣ ਜੀ ਨੇ ਆਪਣਾ ਪੁਆਇੰਟ ਰੱਖਣਾ ਜੀ। ਸੁਧਾ ਜੀ। ਹਾਂਜੀ ਸੁਧਾ ਜੀ, ਕਾइंडली अनम्यूट करो। हाँ वीर जी, वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। वीर जी, मनप्रीत बहन जी ने अभी कहा है कि उनको शब्द की विचार थोड़ी सी, मैं ज्यादा तो कुछ नहीं बोलूंगी लेकिन मैं अपना पॉइंट रख देती हूँ कि जैसे इन्होंने कहा कि गुरु और ज्ञान ये दोनों ही अलग हैं। अब आपको विचार समझ में आएगी। गुरु एक स्टेज वो है जहाँ देने वाला बन जाता है, और जो ज्ञान है उसकी अपनी एक स्टेज है कि आप किस लेवल पे अपना ज्ञान दे रहे हो। तो जो शब्द विचार है, यानी एक गुरु जो टॉप लेवल पे जा चुका है, वो अब देने की पोजीशन पे है, वो आपको कोई चीज बोलेगा, अपने मुंह से कहेगा, तो उसका लेवल कुछ अलग होगा। वो आपकी पोजीशन को, आपकी कंडीशन को देख के जो कहेगा, आप उसको कितना सोच समझ के लेते हैं, वो है विचार कि आप फिर उसको अपनी लाइफ में कैसे अप्लाई कर रहे हैं उस कंडीशन को, और उससे कैसे बाहर आ रहे हैं। ये थोड़ा सा मुझे ऐसा लगा। हाँ नहीं, ਅਲਟੀਮੇਟਲੀ आपने भी ਆਲਮੋਸਟ ਸੇਮ ਟੂ ਸੇਮ ਗੱਲ ਕੀਤੀ ਹੈ ਤੁਸੀਂ ਵੀ ਜਿਹੜੀ ਗੱਲ ਅਸੀਂ ਸਾਰੇ ਕਰਕੇ ਆਏ ਆ ਉਹੀ ਗੱਲ ਅਲਟੀਮੇਟਲੀ ਉਹੀ आ गई है। ठीक है, बिल्कुल। लेकिन थोड़ा सा ये है ना कि जो बोल रहे हैं ना कि गुरु ही ज्ञान है, तो ज्ञान कैसे लेंगे? तो गुरु ज्ञान नहीं है, गुरु की अब ज्ञान देने की स्टेज आ चुकी है। अब एक बच्चा है, उसको बोलते तू गुरु है, तो वो गुरु कैसे बनेगा? उसकी स्टेज ही नहीं है समझने की। वो ज्ञान लेगा। ज्ञान भी अपने आप में एक स्टेजेस है, फर्स्ट सेकंड थर्ड, जैसे टॉप स्टेज आती है तो ज्ञान का जो अल्टीमेट स्टेज, लास्ट स्टेज आएगा, वो भी अब आपको वंडने वाली पोजीशन पे आती है कि अब आप ले सकते हो या आप टॉप हो गए हो। यानी उस ज्ञान की अंतिम या चरम स्टेज है, वो आपको अब डिस्क्राइब करेगी आप कहाँ पहुंचे। हाँ जी हाँ जी, ਉਹੀ ਅਸੀਂ ਜਿਹੜੀ ਗੱਲ ਕਰ ਰਹੇ ਨੇ ਸਟੇजेस ਦੀ ਗੱਲ ਅਸੀਂ ਸਟਾਰਟਿੰਗ 'ਚ ਵੀ ਕੀਤੀ ਹੈ ਵੀ ਸਟੇजेस ਜਿਹੜੀਆਂ ਬਣਨਗੀਆਂ ਉਹ ਸਟੇजेस ਦੇ ਉੱਤੇ ਤੁਸੀਂ ਕਿਹੜੀ ਸਟੇਜ ਤੇ ਹੋ ਉਹ ਤੁਹਾਡੇ ਤੇ ਮੈਟਰ ਕਰਦਾ ਹੈ। ਤੁਸੀਂ ਕਿੱਥੇ ਪਹੁੰਚੇ ਹੋ, ਅਧਿਆਤਮ ਕਰਮ ਕਰੇ ਵਾਲੀ ਗੱਲ ਤੇ ਪਹੁੰਚ ਗਏ ਹੋ ਤਾਂ ਉਹ ਤੁਹਾਡੀ ਪੋਜੀਸ਼ਨ ਅੱਗੇ ਫਿਰ ਆ ਜਾਣੀ ਹੈ ਜੀ। ਥੈਂਕ ਯੂ ਸੁਧਾ ਜੀ। ਕੁਝ ਹੋਰ ਪੁਆਇੰਟ ਤੁਸੀਂ ਰੱਖਣਾ, ਕੋਈ ਹੋਰ ਪੁਆਇੰਟ ਰੱਖਣਾ? ਠੀਕ ਹੈ ਭੈਣ ਜੀ, ਥੈਂਕ ਯੂ। ਠੀਕ ਹੈ ਜੀ। ਕੱਲ ਇੱਕ ਨਾ ਵੀਡੀਓ ਅਪਲੋਡ ਅੱਜ ਹੋਏਗੀ ਸ਼ਾਇਦ, ਉਹਦੇ ਵਿੱਚ ਗੁਰ ਦੀ ਗੱਲ ਡਿਫਰੈਂਸ਼ੀਏਟ ਗੁਰਚਰਨ ਸਿੰਘ ਜੀ ਨੇ ਜਿਹੜੀ ਕੀਤੀ ਸੀ ਉਹ ਅਪਲੋਡ ਹੋ ਗਈ। ਤੁਸੀਂ ਉਹ ਦੇਖਣਾ, ਮੇਰਾ 20 ਮਿੰਟ ਦੀ ਆ ਉਹ, ਤੁਸੀਂ ਉਹ ਜਰੂਰ ਦੇਖਣਾ ਤੇ ਉਹਦੇ ਚ ਹੋਰ क्लैरिटी आ जाएगी। हाँ, एक थोड़ी सी और मैं क्लियरिटी और दे देती हूँ आपको। गुरु तो एक ज्ञान देने वाला एक पर्सन, मतलब जैसे भी आप किसी भी सोर्स है, तुसी सीधी गल करो, सोर्स है जो हाँ दे रहा है। अब यहाँ जो गुर है ना, अब वो एक कला है। यानी आप उसको कितना फिनिशियली, आप उसका ढंग क्या है, आप कितने अच्छे से उसको कर लेते हो, वो है गुर। बिल्कुल बिल्कुल। यानी मेरे अंदर वो गुर है कि मैं ये काम फटाफट कर सकती हूँ, क्योंकि वो ये कोई चीज रिलेट हो रही है उस चीज से, गुर वो है। ਬਿਲਕੁਲ। ਤੇ ਤੁਸੀਂ ਨਾ ਕੱਲ ਵੀ ਕੋਸ਼ਿਸ਼ ਕਰਨਾ, ਕੱਲ ਅਸੀਂ ਕੁਝ ਪਲਾਨ ਕਰ ਰਹੇ ਹਾਂ ਲੇਡੀਜ਼ ਸਪੈਸ਼ਲ ਦਾ, ਤੇ ਉਹ ਹਲੇ ਮੈਂ कंफर्म नहीं किया, मैं हले करा देखना। वीर जी, मैं एक चीज और कहूंगी कि आपका जो ये कोई व्हाट्सएप ग्रुप है या कहीं है चैट वगैरह जो जहाँ पे, वो लिंक मेरे पास भी नहीं है। मैं आपको ना अभी आपके चैट बॉक्स में व्हाट्सएप नंबर डाल देता हूँ, ठीक है? उसको आप कॉपी करके उसको मैं लिंक भेज दूंगा, आप मेरे को हाई या कुछ भेज दीजिएगा, मैं आपको सारी तो लिंक भेज देंगा ਤੇ ਤੁਸੀਂ ਉੱਥੋਂ ਲਿੰਕ ਤੋਂ ਤੁਸੀਂ ਜੁਆਇਨ ਕਰ ਲੈਂਦੇ ਹੋ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ। ਹੋਰ ਕਿਸੇ ਵੀ ਸਰਵਨ ਵੀਰ ਜੀ ਨੇ ਕੁਝ ਪੁਆਇੰਟ ਰੱਖਣਾ ਹੈ? ਜੀ ਵੀਰ ਜੀ। ਨਹੀਂ, ਸ਼ਬਦ ਵਿਚਾਰ ਤੇ ਹੋ ਗਈ ਹੈ ਹੁਣ, ਉਹ ਜਿਹੜਾ ਹਾਂਜੀ ਹਾਂ ਬਿਲਕੁਲ ਸੀਗੀ। ਜੀ ਹਾਂ ਜੀ ਹਾਂ ਬਿਲਕੁਲ। ਜਿਵੇਂ 4 ਸਟੇਜਾਂ ਤੁਸੀਂ ਦੱਸੀਆਂ ਹਨਾ। ਅੱਛਾ ਜੀ, ਹਾਂਜੀ ਹਾਂ। ਤੇ ਬਾਣੀ ਗੁਰੂ, ਸ਼ਬਦ ਗੁਰੂ ਤੇ ਗਿਆਨ ਗੁਰੂ ਜੀ। ਤੇ ਜਿਵੇਂ ਜਪਜੀ ਸਾਹਿਬ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਦੇ 'ਚ 5 ਖੰਡ ਆਉਂਦੇ ਹੈਗੇ ਆ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚ ਖੰਡ ਜੀ ਹਨਾ। ਉਹਦੇ 'ਚ ਵੀ ਸਟੇਜਾਂ ਦਿੱਤੀਆਂ ਹੋਈਆਂ ਕਿ ਵੀ ਜਦੋਂ ਸਟਾਰਟਿੰਗ ਵਿੱਚ ਸਾਨੂੰ ਪਤਾ ਲੱਗਦਾ ਕਿ ਸਾਡਾ ਜਿਹੜਾ ਫਰਜ਼ ਕੀ ਹੈਗੇ ਆ,
ਤੇ ਆਪਾਂ ਫਿਰ ਅਸੀਂ ਉਹ ਧਰਮਖੰਡ ਵਿੱਚ ਪਹਿਲੀ ਸਟੇਜ ਜਿਵੇਂ ਗੁਰਬਾਣੀ ਪੜ੍ਹਨੀ ਚਾਲੂ ਕਰਦੇ ਹਨ, ਮੇਰੇ ਹਿਸਾਬ ਨਾਲ ਇਹ ਮੇਰੇ ਪਰਸਨਲ ਹੈਗੇ ਆ ਜੀ। ਤੇ ਉਸ ਤੋਂ ਬਾਅਦ ਜਦੋਂ ਸਾਨੂੰ ਗੁਰਬਾਣੀ ਦਾ ਗਿਆਨ ਹੁੰਦਾ ਫਿਰ ਅਸੀਂ ਗਿਆਨ ਖੰਡ ਵਿੱਚ ਜਿਹੜਾ ਗਿਆਨ ਲੈਂਦੇ ਹਾਂ, ਜਿਵੇਂ ਆਪਾਂ ਸ਼ਬਦ ਵਿਚਾਰ ਕਰ ਰਹੇ ਹਾਂ, ਠੀਕ ਹੈ ਨਾ, ਸ਼ਬਦ ਵਿਚਾਰ ਕਰਕੇ ਉਹਦਾ ਅਸੀਂ ਭਾਵ ਅਰਥ ਵੀ ਸਮਝ ਰਹੇ ਹਾਂ, ਇਹ ਸਾਨੂੰ ਗਿਆਨ ਖੰਡ ਵਿੱਚ ਲੈ ਜਾਂਦਾ ਹੈਗਾ। ਫਿਰ ਅਸੀਂ ਜੋ ਤੱਤ ਕੱਢੇ ਉਹਦੇ ਉੱਤੇ ਜਦੋਂ ਅਸੀਂ ਮਿਹਨਤ ਕਰਦੇ ਹਾਂ, ਸ਼ਰਮ ਕਰਦੇ ਹਾਂ, ਤੇ ਉਹ ਜਿਹੜਾ ਹੈਗਾ ਫਿਰ ਸਾਨੂੰ ਉਹ ਤੇ ਬਾਰ-ਬਾਰ ਸਾਨੂੰ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿੰਨੇ ਵੀ ਸਾਡੇ ਨੈਗੇਟਿਵ ਫੋਰਸਸ ਹੈਗੇ ਉਹਨੂੰ ਆਪਾਂ ਜਿਹੜਾ ਦੂਰ ਕਰਨਾ ਹੈ ਬਾਰ-ਬਾਰ ਪ੍ਰੈਕਟਿਸ ਕਰਕੇ, ਤਾਂ ਕਿ ਅਸੀਂ ਜਿਹੜਾ ਹੈਗਾ ਉਹ ਫਿਰ ਸਾਡਾ ਕਰਮ ਬਣ ਜਾਏ, ਕਰਮ ਖੰਡ ਚ ਪਹੁੰਚ ਸਾਡਾ ਕਰਮ ਜਿਹੜਾ ਬਣ ਜਾਏ ਕਿ ਅਸੀਂ ਉਹ ਫਿਰ ਸੱਚ ਦੇ ਰਸਤੇ ਤੇ ਤੁਰਨਾ ਚਾਲੂ ਕਰ ਦਈਏ। ਤੇ ਬਾਅਦ ਚ ਜਿਹੜੀ ਆਖਰੀ ਸਟੇਜ ਜਦੋਂ ਸਾਡੇ ਇਹ 4 ਖੰਡ ਪੱਕੇ ਹੋ ਜਾਂਦੇ ਤੇ ਫਿਰ ਅਸੀਂ ਸੱਚਖੰਡ ਨਾਲ ਜਿਹੜਾ ਭੇਦ ਹੋ ਜਾਂਦੇ ਹੈਗੇ ਆ। ਤੇ ਇਹ ਜਿਵੇਂ 4 ਖੰਡ ਤੁਸੀਂ ਦੱਸੇ ਕਿ ਆਪਾਂ ਇਹਨਾਂ ਖੰਡਾਂ ਦਾ ਵੀ ਵਿਚਾਰ ਕਰ ਸਕਦੇ ਹਾਂ, ਜਿਵੇਂ 4 ਖੰਡ ਬਣਾਏ ਆ ਨਾ, ਹੈ ਤੇ ਲਗਭਗ ਮਿਲਦੇ ਜੁਲਦੇ ਹੀ ਹੈ। ਬਿਲਕੁਲ ਜੀ, ਬਿਲਕੁਲ 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 ਜੀ, ਥੈਂਕ ਯੂ, ਤੁਸੀਂ ਬਹੁਤ ਅੱਛੀ ਤਰੀਕੇ ਨਾਲ ਐਕਸਪਲੇਨ ਕੀਤਾ ਵੀਰ ਜੀ, ਥੈਂਕ ਯੂ ਮੇਰੇ ਪਿਆਰਿਓ। ਠੀਕ ਹੈ ਜੀ, ਅੱਜ ਮੈਨੂੰ ਲੱਗਦਾ ਕਾਫੀ ਵਿਚਾਰਾਂ ਸੇਮ ਆ ਰਹੀਆਂ ਨੇ ਬਾਰ-ਬਾਰ, ਤੇ ਹੋਰ ਕਿਸੇ ਵੀਰ ਭੈਣ ਨੇ ਆਪਣਾ ਕੋਈ ਪੁਆਇੰਟ ਇੱਥੇ ਰੱਖਣਾ ਹੈ ਤੇ ਜ਼ਰੂਰ ਰੱਖ ਸਕਦੇ। ਅੱਜ ਕੁਝ ਨਵੇਂ ਵੀਰ ਭੈਣ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਠੀਕ ਹੈ ਜੀ, ਕਾਈਂਡਲੀ ਜਿਨ੍ਹਾਂ ਨੂੰ ਮੈਂ ਆਪਣਾ ਨੰਬਰ ਭੇਜ ਦਿੱਤਾ ਇੱਕ ਦੋ ਵੀਰਾਂ ਨੂੰ, ਤੇ ਕਾਈਂਡਲੀ ਤੁਸੀਂ ਉੱਥੇ ਆਪਣਾ ਸਿਗਨਲ ਭੇਜ ਦੇਣਾ ਤੇ ਤੁਹਾਨੂੰ WhatsApp ਗਰੁੱਪ ਦਾ ਲਿੰਕ ਭੇਜ ਦਾਂਗੇ, ਤੁਸੀਂ ਉੱਥੇ ਐਡ ਹੋ ਜਾਣਾ। ਫਿਰ ਜਿਹੜੀ ਵੀ ਅਪਡੇਟ ਆਏਗੀ, ਅੱਜ ਹਾਲੇ ਮੈਂ ਫਾਈਨਲ ਨਹੀਂ ਕਰ ਪਾਇਆ, ਲੇਡੀਜ਼ ਵਾਲਾ ਕੁਝ ਸੀਗਾ ਤੇ ਉਹ ਪਲਾਨ ਕਰਦੇ, ਕੱਲ ਸਵੇਰੇ ਤਾਂ ਆਪਾਂ ਐਜ਼ ਇਟ ਇਜ਼ ਮਿਲਾਂਗੇ ਤੇ ਅੱਗੇ ਫਿਰ ਜਿਹੜੀ ਹੈ ਉਹਦੀ ਦੇਖਦੇ ਹਾਂ, ਸ਼ਾਮ ਦਾ ਉਦੋਂ ਕੋਈ ਟਾਈਮ ਫਿਕਸ ਕਰਾਂਗੇ, ਕਿਉਂਕਿ ਕੁਝ ਬਾਹਰੋਂ ਦੀ ਵੀ ਜਿਹੜੇ ਓਵਰਸੀਜ਼ ਰਹਿੰਦੇ ਉਹਨਾਂ ਦਾ ਵੀ ਇੰਟੈਂਸ਼ਨ ਸੀਗੀ ਵੀ ਅਸੀਂ ਵੀ ਜੁਆਇਨ ਕਰਨਾ, ਤੇ ਦੇਖਾਂਗੇ ਕੌਣ ਕੌਣ ਕਰਦਾ ਕਿਸ ਤਰ੍ਹਾਂ। ਠੀਕ ਹੈ ਜੀ, ਅੱਜ ਦਾ ਫਿਰ ਇੱਥੇ ਸਮਾਪਤ ਕਰ ਦਿੰਦੇ ਹਾਂ। ਇੱਕ ਵਾਰੀ ਸਾਰਿਆਂ ਨੂੰ ਮਿਊਟ ਕਰ ਰਹੇ ਹਾਂ ਜੀ, ਫਿਰ ਉਸ ਤੋਂ ਬਾਅਦ ਜੇ ਕਿਸੇ ਨੇ ਰਿਕਾਰਡਿੰਗ ਤੋਂ ਬਾਅਦ ਰੁਕਣਾ ਹੋਵੇ ਤੇ ਆਪਾਂ ਸਟੇ ਕਰ ਸਕਦੇ ਹਾਂ। ਤੋ ਸਾਰਿਆਂ ਦਾ ਧੰਨਵਾਦ ਕਰਦੇ ਜੀ, ਜਿਹੜੇ ਵੀਰ ਭੈਣ ਸਾਡੇ ਨਾਲ ਅੱਜ ਖਾਸ ਕਰ ਜ਼ੂਮ ਦੇ ਉੱਪਰ ਨਵੇਂ ਜੁੜੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ, ਤੇ ਕਾਈਂਡਲੀ ਰਿਕੁਐਸਟ ਕਰਦੇ ਤੁਸੀਂ ਰੈਗੂਲਰ ਜੁੜੋ ਸਾਡੇ ਨਾਲ। ਤੇ ਇਹ ਖੁੱਲਾ ਪਲੇਟਫਾਰਮ ਹੈ, ਇੱਥੇ ਕੋਈ ਵਨ ਸਾਈਡਡ ਪ੍ਰੋਗਰਾਮ ਨਹੀਂ ਚੱਲਦਾ, ਤੁਸੀਂ ਇੱਥੇ ਆਪਣੀ ਗੱਲ ਰੱਖ ਸਕਦੇ ਹੋ, ਖੁੱਲ ਕੇ ਰੱਖ ਸਕਦੇ ਹੋ, ਜਿੱਥੇ ਕੋਈ ਗੱਲ ਲੱਗਦੀ ਹੈ ਵੀ ਇਹ ਠੀਕ ਨਹੀਂ ਚੱਲ ਰਹੀ, ਅਸੀਂ ਸੁਧਾਰ ਕਰਨ ਨੂੰ ਤਿਆਰ ਹਾਂ। ਇਹ ਸਾਂਝਾ ਪਲੇਟਫਾਰਮ ਹੈ, ਕਿਸੇ ਇੱਕ ਦਾ ਨਹੀਂ ਹੈ। ਇਹ ਸਾਂਝਾ ਪਲੇਟਫਾਰਮ ਦਾ ਮਤਲਬ ਇਹ ਹੈ ਵੀ ਅਸੀਂ ਦੁਆਇਸ਼ ਰਹਿਤ ਹੋ ਕੇ ਆਪਣੀ ਗੱਲ ਰੱਖੀਏ। ਜੇ ਕੋਈ ਗੱਲ ਤੁਹਾਨੂੰ ਲੱਗ ਰਹੀ ਹੈ ਵੀ ਇਹ ਠੀਕ ਨਹੀਂ ਹੈ ਜਾਂ ਇਹਦੇ ਵਿੱਚ ਕੋਈ ਬਦਲਾਵ ਚਾਹੀਦਾ ਤੇ ਜੀ ਸਦਕੇ ਜ਼ਰੂਰ ਆਪਾਂ ਰੱਖ ਸਕਦੇ ਹਾਂ। ਬਸ ਅੰਦਰ ਮਨ ਦੇ ਵਿੱਚ ਆਪਾਂ ਦੁਆਇਸ਼ ਨਹੀਂ ਰੱਖਣਾ, ਇੱਕ ਦੂਜੇ ਨੂੰ ਅਪਸ਼ਬਦ ਨਹੀਂ, ਉਤੇਜਨਾ ਗ੍ਰਸਤ ਨਹੀਂ ਬੋਲਣਾ, ਬਸ ਇੱਕੋ ਇੱਥੇ ਕੰਡੀਸ਼ਨ ਹੈ ਜੀ, ਬਾਕੀ ਇੱਥੇ ਖੁੱਲ੍ਹ ਹੈ। ਕੋਈ ਅਸੀਂ ਇਹਦੇ ਵਿੱਚ ਸੁਧਾਰ ਕਰਨ ਵਾਲੀ ਗੱਲ ਬਾਰ-ਬਾਰ ਕਹਿ ਸਕਦੇ ਹਾਂ। ਤੇ ਜੇ ਕਿਸੇ ਨੂੰ ਕੁਝ ਡਿਸਲਾਈਕਿੰਗ ਆ ਰਹੀ ਹੈ, ਕਿਸੇ ਨੂੰ ਕੁਝ ਨਹੀਂ ਪਸੰਦ ਆ ਰਿਹਾ, ਉਹ ਜੀ ਸਦਕੇ ਇੱਥੇ ਜ਼ਰੂਰ ਆਪਣੀ ਡਿਸਲਾਈਕਿੰਗ ਦੱਸੋ ਸਾਨੂੰ, ਆਪਣੇ ਤੱਕ ਨਾ ਰੱਖੋ, ਕਿਉਂਕਿ ਜੇ ਤੁਸੀਂ ਸਾਡੀ ਡਿਸਲਾਈਕਿੰਗ ਆਪਣੇ ਤੱਕ ਰੱਖ ਲਈ ਤੇ ਉਹ ਤੁਹਾਡੇ ਕੋਲ ਰਹਿ ਗਈ, ਸਾਡੇ ਕੋਲ ਤਾਂ ਪਹੁੰਚੀ ਨਹੀਂ, ਤੇ ਸਾਡਾ ਫਿਰ ਸੁਧਾਰ ਨਹੀਂ ਹੋ ਸਕਦਾ। ਜਾਂ ਅਸੀਂ ਉਹਦੇ ਤੇ ਤੁਹਾਨੂੰ ਸਪਸ਼ਟੀਕਰਨ ਦੇ ਸਕਦੇ ਹਾਂ ਵੀ ਅਸੀਂ ਇਹ ਚੀਜ਼ ਇਸ ਤਰ੍ਹਾਂ ਕਹਿ ਰਹੇ ਹਾਂ, ਸੰਦੇਸ਼ ਗਲਤ ਗਿਆ। ਸੋ ਉਹ ਆਪਾਂ ਇੱਕ ਰਲ ਮਿਲ ਕੇ ਦਾ ਪਲੇਟਫਾਰਮ, ਕਿਉਂਕਿ ਸਾਡੇ ਸਮਾਜ ਦੇ ਵਿੱਚ ਅਸੀਂ ਆਪਣਾ ਸਮਾਜ ਹੀ ਕਹਿ ਸਕਦੇ ਹਾਂ ਵੀ ਪਹਿਲਾਂ ਹੀ ਬੜੇ ਜ਼ਿਆਦਾ ਭੁਲੇਖੇ ਪਾਏ ਹੋਏ ਨੇ, ਤੇ ਇੱਕ ਐਸਾ ਪਲੇਟਫਾਰਮ ਚੱਲਿਆ, ਇਹਨੂੰ ਆਪਾਂ ਸਪੋਰਟ ਕਰੀਏ। ਜੇ ਕਿਤੇ ਕੁਝ ਲੱਗਦਾ ਇਹਦੇ ਤੋਂ ਆਪਾਂ ਅਲੱਗ ਹੋਣ ਦੀ ਗੱਲ ਨਾ ਕਰੀਏ, ਇਹਦੇ ਵਿੱਚ ਜੁੜੇ ਰਹਿਣ ਦੀ ਗੱਲ ਕਰੀਏ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਡਟੇ ਰਹੀਏ, ਕਿਉਂਕਿ ਇੱਥੇ ਝਗੜਾ ਨਹੀਂ ਹੋਣ ਦੇਣਾ ਅਸੀਂ ਕਿਸੇ ਦਾ। ਜਿਹੜਾ ਝਗੜਾ ਹੋ ਰਿਹਾ ਉਹ ਤਾਂ ਉਸੇ ਟਾਈਮ ਹੀ ਖਤਮ ਹੈ। ਸੋ ਇੱਥੇ ਅਸੀਂ ਇਹਦਾ ਬੈਨੀਫਿਟ ਲਈਏ ਵੀ ਇੱਕ ਐਸਾ ਪਲੇਟਫਾਰਮ ਹੈ, ਇੱਕ ਆਪਣੀਆਂ ਜਿਹੜੀਆਂ ਹੁਣ ਤਾਈਆਂ ਨੇ ਉਹਨੂੰ ਖਤਮ ਕਰੀਏ, ਅੱਗੇ ਚੱਲੀਏ। ਹੁਣ ਗਿਆਨ ਤਾਂ ਇਹ ਹੈ, ਜਿਹੜੀ ਸਟਾਰਟਿੰਗ ਦੇ ਵਿੱਚ ਵੀ ਕਹੀ ਹੈ, ਅਸੀਂ ਹੁਣ ਉਹਨੂੰ ਅਪਣਾਈਏ। ਜਿਵੇਂ ਮੈਂ ਸਟਾਰਟਿੰਗ ਵਿੱਚ ਗੱਲ ਕੀਤੀ ਸੀ, ਗੁਰੂ ਨੂੰ ਤਾਂ ਮੰਨਦੇ ਹਾਂ, ਸਾਰੇ ਹੀ ਮੱਥਾ ਟੇਕਦੇ ਹਾਂ, ਪਰ ਹੁਣ ਸਮਾਂ ਹੈ ਗੁਰੂ ਦੀ ਮੰਨੀਏ। ਤੇ ਗੁਰੂ ਦੀ ਮੰਨਣ ਦਾ ਮਤਲਬ ਇਹ ਹੈ ਵੀ ਅਸੀਂ ਸੰਦੇਸ਼ ਜੋ ਲਿਖਿਆ ਉਹਨੂੰ ਸਮਝੀਏ, ਉਹਨੂੰ ਧਾਰਨ ਕਰੀਏ, ਤਾਂ ਗੁਰੂ ਦੀ ਮੰਨਣ ਵਾਲਾ ਪ੍ਰੋਸੈਸ ਸਾਡਾ ਆ ਜਾਏਗਾ। ਸੋ ਸਾਰੇ ਵੀਰ ਭੈਣਾਂ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ। YouTube ਚੈਨਲ ਨੂੰ ਵੱਧੋ ਵੱਧ ਸਬਸਕ੍ਰਾਈਬ ਆਪ ਵੀ ਕਰੋ ਤੇ ਦੂਜਿਆਂ ਤੋਂ ਵੀ ਕਰਵਾਓ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।